ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 17 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ। ਜਿਹੜੀ ਇਸ ਵੇਲੇ ਜੰਗ ਚੱਲ ਰਹੀ ਹੈ, ਬਹੁਤ ਸਾਰੀਆਂ ਖਬਰਾਂ ਨੇ, ਦੁਨੀਆ ਭਰ ਦੀਆਂ ਨਜ਼ਰਾਂ ਜੰਗ ਤੇ, ਰਸੋਈ ਗੈਸ ਦੀ ਕਿੱਲਤ ਤੇ, ਸਰਕਾਰਾਂ ਦੇ ਬਿਆਨਾਂ ਤੇ। ਹਰ ਰੋਜ਼ ਆਪਾਂ ਇਹ ਦੇਖਦੇ ਹਾਂ, ਚਾਹੇ ਤੁਸੀਂ ਸੋਸ਼ਲ ਮੀਡੀਆ ਦਾ ਕੋਈ ਵੀ ਮੰਚ, ਕੋਈ ਵੀ ਪਲੇਟਫਾਰਮ ਖੋਲ ਲਓ। ਈਰਾਨ ਦੇ ਮੁਖੀ ਦੀ ਜਦੋਂ ਤੋਂ ਮੌਤ ਹੋਈ ਹੈ, ਉਦੋਂ ਤੋਂ ਈਰਾਨ ਦੇ ਬਾਰੇ ਕਿਹਾ ਜਾ ਰਿਹਾ ਕਿ ਈਰਾਨ ਇੱਕ ਵੱਖਰੇ ਢੰਗ ਦੇ ਨਾਲ, ਨਿਧੜਕ ਜਿਹਨੂੰ ਆਪਾਂ ਕਹਿ ਦਿੰਦੇ, ਨਿਡਰ ਢੰਗ ਦੇ ਨਾਲ ਜੰਗ ਲੜ ਰਿਹਾ ਹੈ। ਈਰਾਨ ਦੇ ਨਵੇਂ ਮੁਖੀ ਕੀ ਰੂਸ ਦੇ ਵਿੱਚ ਲੁਕੇ ਹੋਏ ਨੇ ਜੀ? ਇਹ ਖਬਰਾਂ, ਇਸ ਚਰਚਾਵਾਂ ਅਕਸਰ ਹੀ ਚੱਲ ਰਹੀਆਂ ਨੇ, ਸਵਾਲ ਪੈਦਾ ਹੋ ਚੁੱਕਿਆ। ਪ੍ਰਵੀਨ ਜੀ, ਜਦੋਂ ਅਮਰੀਕਾ ਨੇ ਇਜ਼ਰਾਈਲ ਨਾਲ ਮਿਲ ਕੇ ਈਰਾਨ ਤੇ ਹਮਲਾ ਕੀਤਾ ਜੀ, ਕਿ ਉਸ ਹਮਲੇ ਦਾ ਜਿਵੇਂ ਸਾਹਮਣੇ ਤੋਂ ਇਜ਼ਰਾਈਲ ਤੇ ਅਮਰੀਕਾ ਦੀਆਂ ਫੌਜੀ ਤਾਕਤਾਂ ਨੂੰ ਜਵਾਬ ਮਿਲਿਆ, ਉਸ ਦਾ ਅੰਦਾਜ਼ਾ ਇਹਨਾਂ ਮੁਲਕਾਂ ਨੇ ਨਹੀਂ ਲਾਇਆ ਸੀ ਕਿ ਈਰਾਨ ਇੰਜ ਟਕਰੂਗਾ। ਜੀ ਜੀ, ਸਹੀ। ਤੇ ਉਸ ਤੋਂ ਬਾਅਦ ਇਹ ਵੀ ਅੰਦਾਜ਼ਾ ਨਹੀਂ ਲਾਇਆ ਸੀ ਕਿ ਇੰਨੇ ਦਿਨ ਇਸ ਤਰ੍ਹਾਂ ਟਿਕਿਆ ਰਹੂਗਾ। ਸੋ ਉਹ ਸਾਰੀ ਸਥਿਤੀ ਦੇ ਵਿੱਚ ਬਿਲਕੁਲ ਸ਼ੁਰੂ 'ਚ ਇੱਕ ਵੱਡਾ ਝਟਕਾ ਸੀ ਈਰਾਨ ਦੇ ਲਈ, ਜਦੋਂ ਖਾਮੇਨੀ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਆ ਔਰ ਪੁਸ਼ਟੀ ਹੋ ਜਾਂਦੀ ਆ। ਪਰ ਜਿਸ ਤਰ੍ਹਾਂ ਮਤਲਬ ਕਿ ਉਹਨਾਂ ਨੇ ਗੁਰੀਲਾ ਯੁੱਧ ਦੇ ਰੂਪ ਦੇ ਵਿੱਚ ਤਿਆਰੀ ਕੀਤੀ ਹੋਈ ਸੀ ਕਿ ਲੇਅਰਾਂ 'ਚ ਵੰਡਿਆ ਹੋਇਆ ਸੀ ਸਾਰੀ ਤਾਕਤ ਨੂੰ, ਔਰ ਹਰ ਵਿੰਗ ਦੇ ਵਿੱਚ ਕਹਿੰਦੇ 4-4 ਲਾਏ ਹੋਏ ਸੀ ਕਿ ਜੇ ਇੱਕ ਟਿਕਾਣਾ ਖਤਮ ਹੋਵੇ ਤਾਂ 3 ਟਿਕਾਣੇ ਐਕਟਿਵ ਰਹਿਣ। ਸੋ ਉਸ ਪ੍ਰਕਿਰਿਆ ਦਾ ਕੰਮ ਕਰ ਰਹੇ ਸੀ। ਪਰ ਉਹਦੇ ਬਾਵਜੂਦ ਵੀ ਖਾਮੇਨੀ ਦੇ ਮੁੰਡੇ ਨੂੰ ਜਦੋਂ ਉਹਨਾਂ ਨੇ ਮੁੱਖੀ ਥਾਪਿਆ, ਤਦ ਉਹਨਾਂ ਨੇ ਇੱਕ ਵਾਰ ਫਿਰ ਅਮਰੀਕਾ ਨੂੰ ਇਹ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਚਲਾਵਾਂਗੇ ਆਪਣੇ ਹਿਸਾਬ ਨਾਲ, ਤੇਰੀ ਇੱਛਾ ਵਾਲੇ ਲੀਡਰ ਨਹੀਂ ਸਾਡੇ ਆਗੂ ਬਣਨਗੇ। ਜੀ ਜੀ। ਸੋ ਉਸ ਜਵਾਬ ਤੋਂ ਟਰੰਪ ਤੇ ਅਮਰੀਕਾ ਨੇ ਹੋਰ ਮਤਲਬ ਕਿ ਗੁੱਸੇ 'ਚ ਆ ਕੇ ਵੱਧ ਹਮਲੇ ਸ਼ੁਰੂ ਕੀਤੇ ਤੇ ਜਵਾਬੀ ਹਮਲੇ ਈਰਾਨ ਵੱਲੋਂ ਵੀ ਲਗਾਤਾਰ ਹੋ ਰਹੇ ਨੇ। ਈਰਾਨ ਚਾਹੇ ਮਤਲਬ ਕਿ ਉਹਨਾਂ ਮੁਲਕਾਂ ਦੇ ਉੱਤੇ ਉਹ ਕਹਿ ਰਿਹਾ ਕਿ ਮੈਂ ਅਟੈਕ ਨਹੀਂ ਕਰ ਰਿਹਾ, ਮੈਂ ਤਾਂ ਸਿਰਫ ਅਮਰੀਕਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਜਾਂ ਉਹਨਾਂ ਦੇ ਰਾਜਦੂਤਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ, ਕਿ ਮੈਂ ਸਿਵਲੀਅਨ ਨੂੰ ਕਿਤੇ ਨਿਸ਼ਾਨਾ ਨਹੀਂ ਬਣਾ ਰਿਹਾ। ਪਰ ਉਹ ਲਗਾਤਾਰ ਸੀਗੇ, ਉਹਨੇ ਕਿਹਾ ਵੀ ਕਿ ਮੈਂ ਕੋਈ ਥਾਵਾਂ ਤੇ ਨਿਸ਼ਾਨੇ ਨਹੀਂ ਕਰਾਂਗਾ, ਅਟੈਕ ਨਹੀਂ ਕਰਾਂਗਾ। ਪਰ ਇਹ ਪ੍ਰਕਿਰਿਆ ਚਲਦੀ 18 ਦਿਨਾਂ ਤੱਕ ਆ ਗਈ ਹੈ। ਤੇ ਅਚਾਨਕ ਇੱਕ ਖਬਰ ਸੋਸ਼ਲ ਮੀਡੀਆ ਦੇ ਰਾਹੀਂ, ਵੱਖ-ਵੱਖ ਪਲੇਟਫਾਰਮਾਂ ਦੇ ਰਾਹੀਂ ਇਹ ਫੈਲੀ ਜਾਂ ਫੈਲਾਈ ਜਾ ਰਹੀ ਹੈ ਕਿ ਜਿਹੜੇ ਨਵੇਂ ਮੁਖੀ ਸੀ ਈਰਾਨ ਦੇ, ਖਾਮਾਨੀ ਦੇ ਮੁੰਡੇ ਜਿਹੜੇ ਹੈ ਨਾ, ਮੁਜਤਬਾ ਖਾਮਾਨੀ, ਕਿ ਜੀ ਉਹ ਜ਼ਖਮੀ ਹੋਣ ਤੋਂ ਬਾਅਦ ਰੂਸ 'ਚ ਜਾ ਬੈਠੇ ਨੇ ਜੀ, ਮਾਸਕੋ 'ਚ ਉਹਨਾਂ ਨੇ ਸ਼ਰਨ ਲਈ ਹੈ ਜੀ, ਉੱਥੇ ਇਲਾਜ ਕਰਾ ਰਹੇ ਨੇ ਜੀ। ਅਸਲ 'ਚ ਇਹ ਖਬਰ ਸਭ ਤੋਂ ਪਹਿਲਾਂ ਕੁਵੈਤ ਦੇ ਇੱਕ ਅਖਬਾਰ ਨੇ ਪ੍ਰਕਾਸ਼ਿਤ ਕੀਤੀ। ਠੀਕ ਹੈ। ਕੁਵੈਤ ਦੀ ਅਖਬਾਰ ਦੇ ਆਧਾਰ ਦੇ ਉੱਤੇ ਫਿਰ ਇਹਨੂੰ ਇੱਕ ਧਿਰ ਦੀਆਂ ਤਾਕਤਾਂ ਨੇ ਫੈਲਾਉਣਾ ਸ਼ੁਰੂ ਕੀਤਾ। ਹੁਣ ਇਸ ਦੀ ਨਾ ਤਾਂ ਰੂਸ ਨੇ ਕੋਈ ਸਿੱਧੇ ਰੂਪ 'ਚ ਆ ਕੇ ਖੰਡਨ ਕੀਤਾ, ਨਾ ਪੁਸ਼ਟੀ ਕੀਤੀ ਹੈ। ਰੂਸ ਨੇ ਇਸ ਖਬਰ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਇੱਕ ਤਰ੍ਹਾਂ ਨਾਲ, ਕਿ ਜਿਵੇਂ ਇਹ ਸਾਡੇ ਲਈ ਕੋਈ ਖਬਰ ਨਹੀਂ ਹੈ। ਪਰ ਰੂਸ ਦੇ ਵਿੱਚ ਹੀ ਈਰਾਨ ਦੇ ਜਿਹੜੇ ਰਾਜਦੂਤ ਨੇ, ਉਹ ਮਤਲਬ ਕਾਜ਼ਿਮ ਜਲਾਲੀ, ਉਹਨਾਂ ਨੇ ਆ ਕੇ ਕਿਹਾ ਕਿ ਨਿਰਾ ਝੂਠ ਹੈ। ਇਹ ਖਬਰ ਈਰਾਨ ਨੂੰ ਕਮਜ਼ੋਰ ਕਰਨ ਲਈ, ਉਹਦੀਆਂ ਲੜ ਰਹੀਆਂ ਮੈਦਾਨੇ 'ਚ ਤਾਕਤਾਂ ਨੂੰ ਕਮਜ਼ੋਰ ਕਰਨ ਲਈ, ਈਰਾਨ ਦੇ ਵਾਸੀਆਂ ਦੇ ਉੱਤੇ ਮਾਨਸਿਕ ਦਬਾਅ ਬਣਾਉਣ ਲਈ ਫੈਲਾਈ ਜਾ ਰਹੀ ਹੈ। ਅਜਿਹਾ ਕੁਛ ਨਹੀਂ ਹੈ। ਜਦੋਂ ਕਿ ਖਬਰਾਂ ਤਾਂ ਇਹ ਵੀ ਆ ਰਹੀਆਂ ਕਿ ਈਰਾਨ ਦੇ ਦੂਸਰੇ ਜਿਹੜੇ ਮਤਲਬ ਕਿ ਖਾਮੇਨੀ ਤੋਂ ਬਾਅਦ ਉਹਦੇ ਮੁੰਡੇ ਦੇ ਜਿਹਨੂੰ ਮੁਖੀ ਬਣਾਇਆ, ਮੁਸਤਫਾ ਖਾਮੇਨੀ, ਉਹ ਤੋਂ ਬਾਅਦ ਜਿਹੜਾ ਦੂਸਰੇ ਨੰਬਰ ਦੀ ਸਭ ਤੋਂ ਤਾਕਤਵਰ ਲੀਡਰ ਸੀਗਾ ਲਾਰੀਜਾਨੀ,
ਉਹਦੇ ਵੀ ਮਾਰੇ ਜਾਣ ਦੀ ਖਬਰ ਦਾ ਦਮ ਭਰਿਆ ਜਾ, ਹਾਂਜੀ ਹੈ ਹਾਂਜੀ ਨਾ, ਬਿਲਕੁਲ। ਇਹ ਵੀ ਖਬਰ ਨਸਰ ਹੋ ਰਹੀ ਹੈ। ਸੋ ਇਸ ਲਈ ਜਦੋਂ ਜੰਗ ਚੋਂ ਤਾਂ ਅਜਿਹੀਆਂ ਖਬਰਾਂ ਦੇ ਆਉਣ ਦਾ ਅੰਦਾਜ਼ਾ ਲੱਗਦਾ ਰਹਿੰਦਾ ਕਿ ਅਜਿਹਾ ਕੁਝ ਵੀ ਵਾਪਰ ਸਕਦਾ। ਪਰ ਈਰਾਨ ਜਿਸ ਤਰੀਕੇ ਨਾਲ ਅੜਿਆ, ਖੜਿਆ, ਡਟਿਆ, ਉਹਦਾ ਤੋੜ ਅਜੇ ਅਮਰੀਕਾ ਨੂੰ ਨਹੀਂ ਲੱਭ ਰਿਹਾ। ਮੈਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੁਝ ਖਬਰਾਂ ਪੜ੍ਹ ਰਿਹਾ ਸੀਗਾ, ਤਾਂ ਉਹਦੇ ਵਿੱਚ ਇੱਕ ਲੇਖ ਪੜ੍ਹ ਰਿਹਾ ਸੀਗਾ ਮੈਂ, ਜਿਹਦੇ ਵਿੱਚ ਨਿਊਯਾਰਕ ਟਾਈਮਜ਼ ਦੇ ਹਵਾਲੇ ਨਾਲ ਵੀ ਉਹ ਦਮ ਭਰ ਰਹੇ ਸੀਗੇ। ਕਹਿੰਦੇ ਕਿ ਵੀ ਟਰੰਪ ਨੇ ਲੜਾਈ ਤਾਂ ਛੇੜ ਲਈ, ਤੇ ਪਰ ਹੁਣ ਉਹਦੇ ਲਈ ਇਹ ਮੁਸ਼ਕਿਲ ਹੈ ਉਹ ਲੜਾਈ ਚੋਂ ਨਿਕਲੇ ਕਿਵੇਂ। ਉਹ ਕਹਿੰਦੇ ਕਿ ਉਹਨੂੰ ਲੱਗਦਾ ਕਿ ਜਾਂ ਤਾਂ ਮੈਂ ਜਿੱਤ ਐਲਾਨ ਦੇਵਾਂ ਆਪਣੇ ਆਪ ਦੀ ਕਿ ਖਾਮੇਨੀ ਤੋਂ ਬਾਅਦ ਹੀ ਅਸੀਂ ਜਿੱਤ ਗਏ ਸੀ, ਅਸੀਂ ਤਾਂ ਬਸ ਉਹੀ ਹੁਣ ਲੱਗੇ ਹਾਂ, ਚਲੋ ਜੀ ਅਸੀਂ ਇਸ ਬਹਾਨੇ ਨਾਲ ਉਹ ਪਿੱਛੇ ਆ ਜਾਵੇ। ਕਹਿੰਦੇ ਬਸ ਆਹੀ ਉਹਦੇ ਕੋਲ ਇੱਕ ਨੁਕਤਾ ਬਚਦਾ, ਹੋਰ ਉਹਦੇ ਕੋਲ ਕੋਈ ਨੁਕਤਾ ਜਾਤਰ ਬਚਦਾ ਨਹੀਂ। ਸੋ ਬਿਲਕੁਲ ਜੰਗ ਫਸੀ ਹੈ ਜੀ, ਤੇ ਇਸ ਫਸੀ ਜੰਗ ਦੇ ਵਿੱਚ ਅਜਿਹੀਆਂ ਖਬਰਾਂ ਕਈ ਵਾਰ ਜੰਗ ਦੀ ਇੱਕ ਸਟ੍ਰੈਟਜੀ ਦਾ ਹਿੱਸਾ ਵੀ ਹੁੰਦੀਆਂ ਨੇ। ਸੋ ਜਾਂ ਜੇ ਸੱਚਮੁੱਚ ਅਜਿਹਾ ਹੋਵੇ ਤਾਂ ਵੀ ਕਿ ਆਪਣੇ ਬਚਾਅ ਦੀ ਨੀਤੀ ਵੀ ਹੋ ਸਕਦੀ ਹੈ। ਸੋ ਇਸ ਲਈ ਸਾਡੇ ਕੋਲ ਕੋਈ ਅਜਿਹੀ ਅਧਿਕਾਰਤਾ ਨਾ ਰੂਸ ਵੱਲੋਂ, ਨਾ ਅਮਰੀਕਾ ਵੱਲੋਂ, ਨਾ ਉਹਦੇ ਵੱਲੋਂ ਕੋਈ ਪੁਸ਼ਟੀ ਹੈ, ਪਰ ਜਿਹੜੀਆਂ ਵੱਖੋ ਵੱਖ ਹੁਣ ਛਣ ਕੇ ਜੋ ਰਿਪੋਰਟਾਂ ਆਈਆਂ ਉਹਦੇ ਆਧਾਰ ਤੇ ਆਪਾਂ ਇਹ ਗੱਲ ਰੱਖ ਰਹੇ ਹਾਂ ਕਿ ਇਹ ਕਹਿ ਰਹੇ ਨੇ ਕਿ ਉਹਨੇ ਰੂਸ 'ਚ ਸ਼ਰਨ ਲੈ ਲਈ, ਤੇ ਇਹ ਈਰਾਨ ਦੇ ਰਾਜਦੂਤ ਜਿਹੜੇ ਰੂਸ 'ਚ ਨੇ ਉਹ ਕਹਿ ਰਹੇ ਨੇ ਕਿ ਨਹੀਂ, ਉੱਥੇ ਅਜਿਹਾ ਕੁਝ ਨਹੀਂ ਹੈ, ਉਹ ਆਪਣੇ ਥਾਂ ਦੇ ਉੱਤੇ ਮਹਿਫੂਜ਼ ਨੇ। ਜੀ ਬਿਲਕੁਲ, ਤਰ੍ਹਾਂ ਦੀਆਂ ਥਿਊਰੀਆਂ ਚੱਲਦੀਆਂ ਨੇ ਜਦੋਂ ਇਸ ਤਰ੍ਹਾਂ ਦੇ ਵੱਡੇ ਕੋਈ ਸੰਕਟ ਵਾਪਰਦੇ ਨੇ, ਹਰ ਐਂਗਲ ਤੋਂ ਚੀਜ਼ਾਂ ਨੂੰ ਦੇਖਣਾ ਪੈਂਦਾ। ਪਰ ਜਿਵੇਂ ਤੁਸੀਂ ਮੀਡੀਆ ਦਾ ਜ਼ਿਕਰ ਕਰ ਰਹੇ ਸੀ ਸ਼ਰਮਾ ਜੀ, ਮੀਡੀਆ ਵਾਕਈ ਕੋਈ ਇਸ ਤਰ੍ਹਾਂ ਦਾ ਮੀਡੀਆ ਜਿਹੜਾ ਨੈਰੇਟਿਵ ਚਲਾਉਂਦਾ ਕਿ ਜਿਹੜੇ ਈਰਾਨ ਤੇ ਮਾਫ ਕਰਨਾ ਇਜ਼ਰਾਈਲ ਤੇ ਅਮਰੀਕਾ ਲੜ ਰਹੇ ਨੇ, ਇਹਨਾਂ ਨੇ ਸਾਰਾ ਕੁਝ ਹੀ ਕਬਜ਼ੇ ਹੇਠ ਕਰ ਲਿਆ। ਕੁਛ ਮੀਡੀਆ ਇਸ ਤਰ੍ਹਾਂ ਦਾ ਜਿਹੜਾ ਨੈਰੇਟਿਵ ਇਹ ਚਲਾਉਂਦਾ ਕਿ ਈਰਾਨ ਦਾ ਜਿਹੜਾ ਪਲੜਾ ਉਹ ਭਾਰੀ ਹੈ, ਵੰਡਿਆ ਹੋਇਆ ਧਿਰਾਂ ਦੇ ਵਿੱਚ। ਪਰ ਜਦੋਂ ਵਾਕਈ ਵੱਖ-ਵੱਖ ਨਿਊਜ਼ ਪੋਰਟਲਸ, ਵੈਬਸਾਈਟਸ ਨੂੰ ਆਪਾਂ ਫਰੋਲਦੇ ਹਾਂ ਤੇ ਆਪਾਂ ਨੂੰ ਸਿੱਟੇ ਤੇ ਪਹੁੰਚ ਜਾਂਦੇ ਹਾਂ ਕਿ ਕਿਹੜੀ ਗੱਲ ਕਿੱਧਰੋਂ ਹੋ ਰਹੀ ਆ। ਅਗਲੀ ਗੱਲ ਵੀ ਇਸੇ ਤਰ੍ਹਾਂ ਵਰਤਾਰਿਆਂ ਦੇ ਵਿੱਚੋਂ ਜਿਹੜੀ ਨਿਕਲੀ ਖਬਰ ਆ ਉਹਦੇ ਉੱਤੇ ਕਰ ਲਈਏ ਆਪਾਂ। ਨਾਟੋ ਦੇ ਮੁਲਕਾਂ ਦੇ ਬਾਰੇ ਬੜੀ ਚਰਚਾ ਵੀ ਇਹ ਟਰੰਪ ਦਾ ਸਾਥ ਨਹੀਂ ਦੇ ਰਹੇ ਜੀ। ਪ੍ਰਵੀਨ ਜੀ, ਇਹ ਸਥਿਤੀ ਜਦੋਂ ਲੱਗਿਆ ਅਮਰੀਕਾ ਨੂੰ ਜਾਂ ਟਰੰਪ ਨੂੰ ਹਾਂਜੀ ਕਿ ਜਿਵੇਂ ਮੈਂ ਚਾਹੁੰਦਾ ਸੀ ਉਵੇਂ ਕੰਟਰੋਲ 'ਚ ਨਹੀਂ ਆ ਰਹੀ, ਤਾਂ ਉਹ ਉਹਨਾਂ ਮੁਲਕਾਂ ਵੱਲ ਵੀ ਭੱਜਿਆ ਜਿਨ੍ਹਾਂ ਨੂੰ ਆਪਣਾ ਸਭ ਤੋਂ ਜ਼ਿਆਦਾ ਦੁਸ਼ਮਣ ਦੱਸਦਾ ਸੀ। ਰੂਸ ਤੱਕ ਜਾਣਾ, ਇੱਕ ਪਾਸੇ ਰੂਸ ਯੂਕਰੇਨ ਦੀ ਜੰਗ 'ਚ ਯੂਕਰੇਨ ਵਾਲੇ ਪਾਸੇ ਖੜਨਾ, ਤੇ ਦੂਸਰੇ ਪਾਸੇ ਹੁਣ ਰੂਸ ਕੋਲ ਜਾਣਾ ਕਿ ਮੇਰੀ ਮਦਦ ਕਰ, ਉੱਥੋਂ ਰਾਖ ਲਾ, ਚੀਨ ਤੱਕ ਪਹੁੰਚ ਕਰਨੀ ਕਿ ਤੂੰ ਆਪਣੇ ਯੁੱਧ ਪੋਤ ਤਾਰ ਦੇ ਮੈਦਾਨ 'ਚ। ਇਹੀ ਨਹੀਂ, ਯੂਕੇ, ਜਰਮਨੀ, ਜਾਪਾਨ ਤੱਕ ਜਾਣਾ, ਕੋਰੀਆ, ਆਸਟ੍ਰੇਲੀਆ ਤੱਕ ਦਾ ਬੂਹਾ ਖੜਕਾਉਣਾ। ਜੀ ਸਹੀ ਹੈ ਨਾ। ਸੋ ਇੰਨੇ ਮੁਲਕਾਂ ਤੱਕ ਜਾਣਾ ਇਹ ਆਪਣੇ ਆਪ 'ਚ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦਾ। ਸਹੀ, ਨਾਟੋ ਮੁਲਕਾਂ ਤੱਕ ਜੇ ਤੁਸੀਂ ਜਾ ਰਹੇ ਹੋ, ਜੇ ਮੈਂ ਉਸ ਪ੍ਰਕਿਰਿਆ 'ਚ ਵੀ ਦੇਖਾਂ, ਹੁਣ ਮੈਂ ਦੇਖ ਰਿਹਾ ਸੀਗਾ ਕਿ ਜਾਪਾਨ ਨੇ, ਜਰਮਨੀ ਨੇ, ਯੂਕੇ ਨੇ, ਇਹਨਾਂ ਨੇ ਵੀ ਇਨਕਾਰ ਕਰਤਾ। ਰੂਸ ਤਾਂ ਇੱਕ ਤਰੀਕੇ ਨਾਲ ਈਰਾਨ ਦੀ ਪਿੱਠ ਤੇ ਹੈ, ਤੇ ਚੀਨ ਨੇ ਵੀ ਕਹਿਤਾ ਕਿ ਪਹਿਲਾਂ ਹਮਲੇ ਬੰਦ ਕਰ ਦਿਓ, ਫਿਰ ਅਸੀਂ ਦੇਖਾਂਗੇ ਅਸੀਂ ਵਿੱਚ ਪੈਣਾ ਕਿ ਨਹੀਂ ਪੈਣਾ। ਨਹੀਂ, ਅਸੀਂ ਨਹੀਂ ਪੈਂਦੇ। ਸੋ ਇਹ ਇੱਕ ਪਾਸੇ। ਦੂਸਰੇ ਪਾਸੇ ਜੇ ਆਪਾਂ ਨਾਟੋ ਮੁਲਕਾਂ ਦੇ ਹਵਾਲੇ ਨਾਲ ਵੀ ਦੇਖੀਏ ਤਾਂ ਪੀੜਤ ਧਿਰ ਕੌਣ ਹੈ ਜੀ? ਅਮਰੀਕਾ ਤੇ ਹਮਲਾ ਹੋਇਆ, ਜਿਹੜੇ ਨਾਟੋ ਮੁਲਕ ਦਖਲ ਦੇਣ। ਹਮਲਾ ਤੁਸੀਂ ਕਰੋ ਤੇ ਫਿਰ ਤੁਸੀਂ ਕਹੋ ਜੀ ਕਿ ਨਾਟੋ ਮੁਲਕ ਸਾਡੇ ਨਾਲ ਆਉਣ। ਸਹੀ, ਤਾਂ ਉਹਨਾਂ ਨੇ ਹਮਲਾ ਕੀਤਾ ਹੋਵੇ ਫਿਰ ਤਾਂ ਕਹੀਏ ਕਿ ਜੀ ਉਹਨਾਂ ਨੇ ਨਿਯਮ ਤੋੜਿਆ। ਅਗਲੇ ਚੁੱਪ ਨੇ, ਇਹਦੇ ਵਿੱਚ ਵੀ ਤਾਂ ਬਹੁਤ ਕੁਝ ਤੁਹਾਡੇ ਨਾਲ ਹੀ ਨੇ ਫਿਰ ਤਾਂ। ਜੀ ਸਹੀ ਹੈ। ਜਾਂ ਤਾਂ ਫਿਰ ਗਲਤ ਨੂੰ ਗਲਤ ਕਹਿਣ ਦਾ ਵੀ ਦਮ ਰੱਖਣ। ਕਈ ਮੁਲਕ ਚੁੱਪ ਕਰਕੇ ਵੀ ਮਤਲਬ ਅਮਰੀਕਾ ਨੂੰ ਲੱਗੀ ਜਾਂਦਾ ਕਿ ਇਹ ਚੁੱਪੀ ਵੀ ਮੇਰੇ ਸਾਥ ਨਹੀਂ ਗਈ। ਸੋ ਇਸ ਲਈ ਸਾਡੇ ਵਾਲਾ ਮੁਲਕ ਵੀ ਇਸ ਮਸਲੇ 'ਚ ਤਾਂ ਫਸਿਆ ਨਾ। ਅਜੇ ਤੱਕ ਉਹ ਖੁੱਲ ਕੇ ਉਵੇਂ ਨਹੀਂ ਸਟੈਂਡ ਲੈ ਪਾ ਰਿਹਾ। ਇਹਦੇ ਨਾਲ ਦੋਸਤੀ ਨਿਭਣੀ ਨਹੀਂ, ਹੁਣ ਤਾਂ ਟਾਇਰ ਫੇਰ ਲਾ ਦੇਣੇ ਆ, ਉਹ ਤਾਂ ਫਿਰ ਧਮਕਾਈ ਨਹੀਂ ਜਾਂਦਾ ਮੈਂ ਆਹ ਕਰ ਦੂੰ, ਆਹ ਕਰ ਦੂੰ। ਪਰ ਜਿਹਦੇ ਨਾਲ ਨਿਭਦੀ ਆ ਰਹੀ ਸੀ ਅਸੀਂ ਉਹਦੇ ਨਾਲ ਵੀ ਨਹੀਂ ਖੜ ਪਾ ਰਹੇ। ਸੋ ਭਾਰਤੀ ਲੋਕ ਕਿਵੇਂ ਸੋਚ ਰਹੇ ਨੇ ਤੇ ਭਾਰਤ ਸਰਕਾਰ ਕਿਵੇਂ ਸੋਚ ਰਹੀ ਆ, ਇੱਕ ਬਹੁਤ ਗੰਭੀਰ ਪਹਿਲੂ ਹੈ। ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਖੁਦ ਪੋਸਟ ਪਾ ਕੇ ਕਿਹਾ ਕਿ ਅਮਰੀਕਾ ਨੇ ਸਾਲਾਂ ਤੋਂ ਜਿਹੜੇ ਮੁਲਕਾਂ ਨੂੰ ਪਾਲਿਆ, ਜਿਨ੍ਹਾਂ ਦੀ ਸੇਵਾ ਕੀਤੀ, ਜਿਨ੍ਹਾਂ ਨੂੰ ਇੰਨੀ ਆਰਥਿਕ ਮਦਦ ਕੀਤੀ, ਅੱਜ ਉਹ ਔਖੇ ਸਮੇਂ ਸਾਡੇ ਜ਼ਰੂਰਤ ਪੈਣ ਸਾਡਾ ਸਾਥ ਨਹੀਂ ਦੇ ਰਹੇ, ਹੁਣ ਸਾਨੂੰ ਜ਼ਰੂਰਤ ਵੀ ਨਹੀਂ ਕਹਿੰਦਾ। ਮਤਲਬ ਇਹਦਾ ਮਤਲਬ ਤੁਹਾਡੇ ਅੰਦਰ ਬੁਖਲਾਹਟ ਤਾਂ ਹੈ ਜੀ। ਸਹੀ ਹੈ। ਹੁਣ ਇਸੇ ਪ੍ਰਕਿਰਿਆ 'ਚ ਮੈਂ ਇੱਕ ਝਟਕੇ ਵਜੋਂ ਦੇਖਦਾ ਜਦੋਂ ਅਮਰੀਕਾ ਦਾ ਇੱਕ ਵੱਡਾ ਅਧਿਕਾਰੀ ਇਹ ਕਹਿ ਕੇ ਅਸਤੀਫਾ ਦੇ ਦਿੰਦਾ ਕਿ ਤੁਸੀਂ ਈਰਾਨ ਨਾਲ ਜਿਹੜਾ ਯੁੱਧ ਛੇੜਿਆ ਉਹ ਠੀਕ ਨਹੀਂ ਗਾ। ਇਹਨੂੰ ਕੀ ਲਓਗੇ? ਉਹ ਅੱਤਵਾਦ ਵਿਰੋਧੀ ਕੇਂਦਰ ਦਾ ਮੁਖੀ ਸੀਗਾ G. Kate, ਹਾਂਜੀ, ਅਸਤੀਫਾ ਦਿੱਤਾ।
ਮਤਲਬ ਇਹ ਕੀ ਹੈ ਫਿਰ? ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ ਇਹਦਾ ਮਤਲਬ ਲੋਕਾਂ ਦੇ ਮਨਾਂ 'ਚ, ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਸਾਡੇ ਕੋਲ ਜੋ ਏਜੰਸੀਆਂ ਦੇ ਅਧਿਕਾਰਤ ਏਜੰਸੀਆਂ ਦੇ ਅੰਕੜੇ ਆ ਰਹੇ ਨੇ ਕਿ 70% ਤੱਕ ਅਮਰੀਕਾ ਦੇ ਲੋਕ ਇਹ ਜੰਗ ਨਹੀਂ ਚਾਹੁੰਦੇ। ਇਹਦਾ ਮਤਲਬ ਇਹ ਨਹੀਂ ਗਾ ਕਿ ਉਹ ਇਰਾਨ ਦੇ ਸਾਥੀ ਹੋ ਗਏ। ਬਿਲਕੁਲ, ਉਹ ਆਪਣੇ ਹੀ ਮੁਲਕ ਦੀ ਹਮਾਇਤ ਚਾਹੁੰਦੇ ਨੇ, ਉਹ ਅਮਰੀਕਾ ਦਾ ਹੀ ਭਲਾ ਚਾਹੁੰਦੇ ਨੇ, ਉਹ ਇੱਥੋਂ ਦੇ ਲੋਕਾਂ ਦੀ ਉਹ ਸਹੀ, ਉਹਨਾਂ ਨੂੰ ਬੱਚਿਆਂ ਦੀ ਅਗਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਚਾਹੁੰਦੇ ਨੇ। ਉਹ ਨਹੀਂ ਚਾਹੁੰਦੇ ਕਿ ਕੱਲ ਨੂੰ ਤੁਹਾਡਾ ਵੀ ਦੂਸਰੇ ਵਿਸ਼ਵ ਯੁੱਧ ਵਾਲੇ ਮੁਲਕਾਂ ਵਰਗਾ ਹਾਰ ਹੋ ਜਾਵੇ ਕਿ ਹਾਂ ਜਿਹੜੇ ਲੜੇ ਤੇ ਉਹਨਾਂ ਦਾ ਕੀ ਬਣਿਆ। ਸੋ ਇਸ ਲਈ ਉਸ ਪਾਸੇ ਨੂੰ ਅਸੀਂ ਚਲੇ ਜਾਈਏ। ਔਰ ਮੈਂ ਕਈ ਬੁੱਧੀਜੀਵੀਆਂ ਨੂੰ ਦੇਖ ਰਿਹਾ ਸੀਗਾ, ਉਹ ਕਹਿੰਦੇ ਵੀ ਕਿ ਇਜ਼ਰਾਈਲ ਦੇ ਦਬਾਅ ਹੇਠ ਜਾਂ ਇਜ਼ਰਾਈਲ ਦੇ ਮਤਲਬ ਛੇੜਿਆਂ, ਮਤਲਬ ਕਿ ਚੱਕਿਆਂ, ਇਹ ਚੱਕ ਕੇ ਲੜਾਈ ਜਿਵੇਂ ਛੇੜੀ ਗਈ ਆ, ਕਿ ਦੱਸੋ ਸਹੀ ਕਿ ਈਰਾਨ ਨੇ ਅਮਰੀਕਾ ਨਾਲ ਸਿੱਧਾ ਕਿਹੜਾ ਪੰਗਾ ਲਿਆ? ਈਰਾਨ ਨੇ ਅਮਰੀਕਾ ਦਾ ਸਿੱਧਾ ਕੀ ਨੁਕਸਾਨ ਕੀਤਾ? ਸਹੀ ਤੇ ਜੇ ਇਸ ਸਮੇਂ ਅਸੀਂ ਉਹ ਨਿਯਮ ਪਾਲਣੇ ਹੀ ਨਹੀਂ ਗਏ ਜਿਹੜੇ ਬਣੇ ਸੀਗੇ, ਸ਼ਰਤਾਂ ਸਿਧਾਂਤ ਬਣੇ ਸੀਗੇ ਕਿ ਕੋਈ ਕਿਸੇ ਦੀ ਖੁਦਮਖਤਿਆਰੀ 'ਚ, ਆਜ਼ਾਦੀ 'ਚ ਦਖਲ ਨਹੀਂ ਦਊਗਾ, ਤੇ ਜੇ ਅਗਲਿਆਂ ਕੋਲ ਕੁਦਰਤੀ ਸੋਰਸ ਨੇ ਜੀ, ਤਾਂ ਫਿਰ ਇਹਦਾ ਮਤਲਬ ਇਹ ਥੋੜਾ ਕਿ ਅਸੀਂ ਉਹਨਾਂ ਦੇ ਅਸਾਸਿਆਂ ਦੇ ਉੱਤੇ ਇੰਝ ਹਮਲੇ ਕਰਾਂਗੇ। ਸੋ ਇਸ ਮਾਮਲੇ 'ਚ ਟਰੰਪ ਕਾਫੀ ਬਦਨਾਮੀ ਖੱਟ ਰਹੇ ਨੇ, ਪਰ ਉਹਨਾਂ ਨੂੰ ਪਤਾ ਨਹੀਂ ਅਜੇ ਵੀ ਕਿਹੜੀ ਈਗੋ ਅੜੀ ਆ ਜਿਹਦੇ ਕਾਰਨ ਸਥਿਤੀ ਬਣੀ ਆ। ਤੇ ਪਰ ਸਥਿਤੀ ਇੱਥੋਂ ਅੰਦਾਜ਼ਾ ਲਾ ਲਓ ਕਿੰਨੀ ਤਨਾਲੀ ਆ ਕਿ ਭਾਰਤੀ ਲੋਕ 1 ਕਰੋੜ ਦੇ ਕਰੀਬ ਇਹਨਾਂ ਖਾੜੀ ਮੁਲਕਾਂ 'ਚ ਵੱਸਦੇ ਨੇ, ਤੇ ਜਿਨ੍ਹਾਂ ਚੋਂ 2.5 ਲੱਖ ਦੇ ਕਰੀਬ ਮੁੜੇ ਆਏ। ਜੀ ਸਹੀ ਹੈ, ਛੋਟੀ ਗਿਣਤੀ ਨਹੀਂ ਹੈ। 2,40,000 ਤੋਂ ਵੱਧ ਭਾਰਤੀ ਵਾਪਸ ਪਰਤ ਚੁੱਕਿਆ, ਉਹ ਚਾਹੇ UAE ਤੋਂ ਹੋਵੇ, ਚਾਹੇ ਸਾਊਦੀ ਅਰਬ ਤੋਂ ਹੋਵੇ, ਚਾਹੇ ਓਮਾਨ ਤੋਂ ਹੋਵੇ, ਚਾਹੇ ਕਤਰ ਤੋਂ ਹੋਵੇ, ਚਾਹੇ ਹੋਰ ਅਜਿਹੇ ਮੁਲਕ ਹੋਣ। 2,40,000 ਤੋਂ ਵੱਧ ਭਾਰਤੀਆਂ ਦਾ ਮੁੜਿਆ ਹੋਣਾ, ਇਹਦਾ ਮਤਲਬ ਹੋਰ ਕਿੰਨੇ ਮੁਲਕਾਂ ਦੇ ਕਿੰਨੇ ਲੋਕ ਉਹ ਛੱਡ ਕੇ ਮੁੜ ਰਹੇ ਹੋਣਗੇ। ਸੋ ਤੁਸੀਂ ਕਿੰਨਿਆਂ ਦਾ ਰੁਜ਼ਗਾਰ, ਕਿੰਨਿਆਂ ਦੀ ਰੋਜੀ, ਕਿੰਨਿਆਂ ਦੇ ਪਰਿਵਾਰਾਂ ਦੀ ਖੁਸ਼ੀ, ਕਿੰਨਿਆਂ ਦਾ ਅਮਨ ਚੈਨ, ਤੇ ਕਿੰਨਿਆਂ ਦੀ ਜਾਨੀ ਮਾਲੀ ਨੁਕਸਾਨ, ਤੇ ਉਹ ਤੋਂ ਬਾਅਦ ਵੀ ਤੁਸੀਂ ਕਹੋ ਕਿ ਮੈਨੂੰ ਨੋਬਲ ਦੇ ਦਿਓ ਸ਼ਾਂਤੀ ਦਾ। ਹਮਾਰਾ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਵੀ ਅਮਰੀਕੀਆਂ ਦੇ ਬਾਰੇ, ਸ਼ਰਮਾ ਜੀ ਦੇਖੋ ਜੋ ਮਰਜ਼ੀ ਆ, ਲੋਕ ਫੈਸਲੇ ਤਾਂ ਚੁਣੇ ਹੋਏ ਨੁਮਾਇੰਦੇ ਹੀ ਲੈਂਦੇ ਆ, ਪਰ ਲੋਕਾਂ ਦਾ ਅਧਿਕਾਰ ਤਾਂ ਹੈ ਨਾ ਆਪਣੇ ਦੇਸ਼ ਦੀ, ਜੋ ਉਹਨਾਂ ਦਾ ਸਟੈਂਡ ਹੈ, ਜੋ ਉਹਨਾਂ ਦਾ ਦੇਸ਼ ਦਾ ਸਟੈਂਡ ਹੋਣਾ ਚਾਹੀਦਾ, ਜਾਂ ਉਹਦੇ ਤੇ ਕਿੰਤੂ ਕਰਨ ਦਾ, ਜਾਂ ਉਹਦੇ ਬਾਰੇ ਗੱਲ ਕਹਿਣ ਦਾ, ਉਹ ਤਾਂ ਅਧਿਕਾਰ ਲੋਕਾਂ ਦਾ ਬਚਿਆ ਰਹਿਣਾ ਚਾਹੀਦਾ ਨਾ। ਇਹ ਗੱਲ ਤਾਂ ਆਪਾਂ ਨੂੰ ਕਹਿਣ 'ਚ ਕੋਈ ਹਰਜ਼ ਨਹੀਂ ਹੈ। ਅਗਲੀ ਗੱਲ ਕਰੀਏ AI ਦੀ। ਆਪਾਂ ਬਹੁਤ ਸਾਰੀਆਂ ਖਬਰਾਂ ਕੀਤੀਆਂ ਸ਼ਰਮਾ ਜੀ, ਜਦੋਂ ਤੋਂ AI ਆਈ ਹੈ। ਪਹਿਲਾਂ ਆਪਾਂ ਖਬਰਾਂ ਇਹ ਸਾਂਝੀਆਂ ਕਰਦੇ ਹੁੰਦੇ ਸੀ ਕਿ ਐਮਾਜ਼ੋਨ ਤੇ ਦਰਬਾਰ ਸਾਹਿਬ ਜਾਂ ਸਿੱਖੀ ਦੇ ਜਿਹੜੇ ਹੋਰ ਮਹੱਤਵਪੂਰਨ ਥਾਂ ਨੇ, ਚਿੰਨ੍ਹ ਨੇ, ਉਹਨਾਂ ਦੀਆਂ ਗਲਤ ਤਸਵੀਰਾਂ ਵੇਚਣੀਆਂ ਐਮਾਜ਼ੋਨ ਤੇ। ਆਪਾਂ ਬਹੁਤ ਵਾਰੀ ਇਹ ਚਰਚਾ ਕੀਤੀ ਹੈ। ਲੰਘੇ 1-2 ਮਹੀਨਿਆਂ ਦੇ ਵਿੱਚ ਆਪਾਂ ਇਹ ਵੀ ਚਰਚਾ ਕੀਤੀ ਸ਼ਰਮਾ ਜੀ ਵੀ AI ਦੇ ਨਾਲ ਦਰਬਾਰ ਸਾਹਿਬ ਦੀ ਤਸਵੀਰ ਦੇ ਨਾਲ ਛੇੜਛਾੜ ਕੀਤੀ ਗਈ, ਪਾਣੀ ਚੱਲਦਾ ਦਿਖਾਤਾ, ਜਾਂ ਕੁਛ ਵੀ, ਬਹੁਤ ਸਾਰਾ ਕੁਛ। ਹੁਣ ਇੱਕ ਹੋਰ ਵੱਖਰੀ ਤਰ੍ਹਾਂ ਦਾ ਮੁੱਦਾ ਇਸ ਤਰ੍ਹਾਂ ਦੀ ਗੱਲ ਹੀ ਸਾਹਮਣੇ ਆਈ ਹੈ ਕਿ AI ਦੇ ਨਾਲ ਪਿੰਜਰ ਦੇ ਬੂਟ ਪਾਏ ਗਏ ਤੇ ਦਰਬਾਰ ਸਾਹਿਬ ਦੀ ਇੱਕ ਵੀਡੀਓ ਜਿਹੜੀ ਵਿਵਾਦਤ ਕਹੀ ਜਾ ਸਕਦੀ ਹੈ, ਉਹ ਬਣਾਈ ਗਈ ਹੈ ਜੀ। ਪ੍ਰਵੀਨ ਜੀ, ਇਹ ਟੈਕਨੋਲੋਜੀ ਦਾ ਸਿਖਰ ਕਿਹਾ ਜਾ ਰਿਹਾ AI ਨੂੰ। ਜੀ। ਔਰ ਇਸ ਸਿਖਰ ਨੇ ਸਾਨੂੰ ਜਮਾ ਗਰਕਾ ਕੇ ਛੱਡ ਦਿੱਤਾ ਕਿ ਅਸੀਂ ਇੱਕ ਜਮਾ ਧਰਾਤਲ ਤੇ ਆ ਡਿੱਗੇ ਕਿ ਅਸੀਂ ਕੀ ਹਾਸਲ ਕੀਤਾ। ਸਹੀ ਬਿਲਕੁਲ। ਇਹਦੇ ਉੱਤੇ ਪੈਰਲਲ ਦੁਨੀਆ ਭਰ 'ਚ ਬਹਿਸ ਚੱਲ ਰਹੀ ਹੈ ਕਿ ਨਵੇਂ ਰੁਜ਼ਗਾਰ ਦੇ ਸਾਧਨ ਪੈਦਾ ਕਰ ਰਹੀ ਹੈ ਟੈਕਨੋਲੋਜੀ, ਤਕਨੀਕ ਦੇ ਖੇਤਰ ਦੇ ਵਿੱਚ, ਇਹ ਖੋਜ ਦੇ ਖੇਤਰ 'ਚ, ਵਿਦਿਆਰਥੀਆਂ ਦੀ ਸਿੱਖਿਆ ਹਾਸਲ ਕਰਨ ਦੇ ਖੇਤਰ 'ਚ ਉਹਨਾਂ ਦੇ ਨਵਾਂ ਸਹਿਯੋਗੀ ਰੂਪ 'ਚ ਜਨਮ ਲੈ ਰਹੀ ਆ ਜੀ। ਪੈਰਲਲ ਇੱਕ ਚਰਚਾ ਇਹ ਵੀ ਹੈ ਕਿ ਰੁਜ਼ਗਾਰ ਖਾ ਰਹੀ ਆ, ਹੈ ਨਾ, ਇਹ ਮਾਨਸਿਕ ਤੌਰ ਤੇ ਲੋਕਾਂ ਨੂੰ ਕਮਜ਼ੋਰ ਬਣਾ ਰਹੀ ਆ, ਉਹਨਾਂ ਦੇ ਹੁਨਰ ਨੂੰ ਖਤਮ ਕਰ ਰਹੀ ਆ। ਸੋ ਇਹ ਪੈਰਲਲ ਬਹਿਸ ਚੱਲਣੀ। ਹੁਣ ਦੁਨੀਆ ਭਰ 'ਚ AI ਦੇ ਨਾਲ ਕਿਹੋ ਜਿਹੀਆਂ ਵੀਡੀਓ ਬਣਦੀਆਂ, ਕੀ ਹੁੰਦੀਆਂ, ਤੁਸੀਂ ਕੱਲੀ ਤੇ ਨਜ਼ਰ ਨਹੀਂ ਰੱਖ ਸਕਦੇ। ਔਰ ਆਪਾਂ ਲੋਕ ਜਿਸ ਮਾਨਸਿਕਤਾ ਦੇ ਧਾਰਨੀ ਆ, ਆਪਣੇ ਲਈ ਨਿੱਜ ਪਿਆਰਾ ਹੈਗਾ, ਅਸੀਂ ਨਿੱਜ ਨੂੰ ਪਹਿਲ ਦਿੰਨੇ ਆ। ਤੇ ਨਿੱਜ 'ਚ ਜਦੋਂ ਮੈਂ ਝਾਤ ਮਾਰਦਾ ਤਾਂ ਅੱਜ ਦੀ ਤਰੀਕ 'ਚ ਭਾਰਤ ਦੇ ਅੰਦਰ, ਪੰਜਾਬ ਦੇ ਅੰਦਰ ਬਹੁਤ ਘਟੀਆ ਪੱਧਰ ਦੀਆਂ AI ਰਾਹੀਂ ਰਾਜਨੀਤਿਕ ਵੀਡੀਓ ਸਾਹਮਣੇ ਆਉਂਦੀਆਂ ਸਾਡੀਆਂ। ਬਿਲਕੁਲ। ਲੀਡਰਾਂ ਦੀਆਂ, ਸੱਤਾਧਾਰੀ ਧਿਰ ਵਿਰੋਧੀਆਂ ਦੀ ਬਣਾਉਂਦੀ ਆ, ਵਿਰੋਧੀ ਸੱਤਾਧਾਰੀ ਧਿਰਾਂ ਦੀ ਬਣਾਉਂਦੀ ਆ। ਖਾਸ ਕਰਕੇ ਇੱਕ ਲੀਡਰ ਦੀ ਬਣਾ ਲਓ, ਬੀਬੀ ਦੀ ਬਣਾ ਲਓ, ਦੂਈ ਦੀ ਬਣਾ ਲਓ, ਉਹ ਸਾਰਾ ਕੁਛ ਚੱਲਦਾ ਤੇ ਲੋਕ ਚਟਕਾਰੇ ਲੈ ਕੇ ਵੇਖਦੇ ਵੀ ਆ। ਮਤਲਬ ਇਹ ਵੀ ਕਈ ਵਾਰ ਹੁੰਦਾ ਕਿ ਲੀਡਰ ਦੀ ਜਿੰਨੀ ਗਿਰਾਵਟ ਹੈ, ਲੀਡਰ ਦੇ ਕਿਰਦਾਰ ਦੀ ਜਿੰਨੀ ਗਿਰਾਵਟ ਹੈ, AI ਉਹਨਾਂ ਨਹੀਂ ਦਿਖਾ ਪਾਉਂਦੀ ਅਜੇ, ਉਹ ਜ਼ਿਆਦਾ ਹੀ ਕਰਕੇ। ਪਰ ਤਾਂ ਵੀ ਇਹ ਚੀਜ਼ਾਂ ਬਰਦਾਸ਼ਤ ਹੋ ਜਾਂਦੀਆਂ। ਰਾਜਨੀਤਿਕ ਖੇਤਰ ਦੇ ਵਿੱਚ ਸਾਰਾ ਕੁਝ ਬਰਦਾਸ਼ਤ ਹੋ ਜਾਂਦਾ, ਖੱਪ ਜਾਂਦਾ। ਸਹੀ ਹੈ। ਪਰ ਇਹੀ ਵਰਤਾਰਾ ਜੇ ਤੁਸੀਂ ਧਾਰਮਿਕ ਖੇਤਰ 'ਚ ਲਿਆਓਗੇ
ਫਿਰ ਇਹ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੋ ਜਾਂਦਾ ਤੇ ਸਹੀ ਇਹ ਸਮਾਜ ਦੇ ਲਈ, ਆਵਾਮ ਦੇ ਲਈ, ਭਾਈਚਾਰਕ ਸਾਂਝ ਦੇ ਲਈ ਬਹੁਤ ਖਤਰਨਾਕ ਹੋ ਜਾਂਦਾ। ਸਹੀ ਹੈ ਬਿਲਕੁਲ ਜੀ। ਭਾਰਤ ਦੇ ਅੰਦਰ ਵੱਖ-ਵੱਖ ਧਰਮ, ਵੱਖ-ਵੱਖ ਜਾਤਾਂ, ਵੱਖ-ਵੱਖ ਧਰਮਾਂ ਨੂੰ, ਅਕੀਦਿਆਂ ਨੂੰ, ਗੁਰੂਆਂ, ਪੀਰਾਂ, ਪੈਗੰਬਰਾਂ ਨੂੰ ਮੰਨਣ ਵਾਲੇ ਲੋਕ, ਉਹ ਆਸਥਾ ਨਾਲ AI ਰਾਹੀਂ ਖੇਡਿਆ ਜਾ ਰਿਹਾ। ਸਹੀ। ਔਰ ਇਹ ਸਾਰੇ ਧਰਮਾਂ 'ਚ ਮੈਂ ਦੇਖ ਰਿਹਾ, ਹਿੰਦੂ, ਸਿੱਖ, ਮੁਸਲਮਾਨ, ਈਸਾਈ, ਸਭ ਦੀਆਂ ਵੀਡੀਓ ਕਾਫੀ ਮਤਲਬ ਵਿਵਾਦਤ, ਕਾਫੀ ਤਰੀਕਾਕਾਰ, ਮਤਲਬ ਕਿ ਭਗਵਾਨ ਜੀ ਨੂੰ ਕਿਸੇ ਹੋਰ ਰੂਪ 'ਚ ਦਿਖਾਓ, ਮੰਦਿਰ 'ਚ ਕਿਸੇ ਹੋਰ ਤਰੀਕੇ ਨਾਲ ਦਿਖਾ ਦਿਓ। ਤੇ ਦਰਬਾਰ ਸਾਹਿਬ ਦੇ ਮਾਮਲੇ 'ਚ ਕਿੰਨੀਆਂ ਹੀ ਵੀਡੀਓ ਸਾਡੇ ਸਾਹਮਣੇ ਆਉਂਦੀਆਂ ਨੇ ਸਮੇਂ-ਸਮੇਂ। ਸਹੀ ਹੈ ਬਿਲਕੁਲ। ਅਫਸੋਸ ਇਸ ਗੱਲ ਦਾ ਮੈਨੂੰ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ 4 ਸਾਲ ਦਾ ਰਿਪੋਰਟ ਕਾਰਡ ਲੈ ਕੇ ਮੀਡੀਆ ਮੂਹਰੇ ਬੈਠਦਾ ਹੈ ਤੇ ਮੀਡੀਆ ਉਹਨੂੰ ਸਵਾਲ ਕਰਦਾ ਹੈ ਜੀ ਕਿ ਆ ਈਮੇਲ ਰਾਹੀਂ ਧਮਕੀਆਂ ਆ ਰਹੀਆਂ ਲਗਾਤਾਰ ਜੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਅਦਾਲਤਾਂ ਨੂੰ ਜੀ, ਸਾਰਾ ਕੁਝ ਜੀ ਰੁਕ ਕਿਉਂ ਨਹੀਂ ਰਿਹਾ? ਉਹ ਜੀ ਇਹ ਇੰਟਰਨੈਸ਼ਨਲ ਕਾਲਾਂ ਨੇ ਜੀ, ਇਹ ਤਾਂ ਬਾਹਰੋਂ ਆਉਂਦੀਆਂ ਨੇ ਜੀ, ਇਹ ਫੜ ਨਹੀਂ ਹੁੰਦੀਆਂ ਇਹ ਪਤਾ ਨਹੀਂ ਲੱਗਦਾ ਜੀ, ਇਹ ਜੀ ਕੇਂਦਰ ਦੀ ਜ਼ਿੰਮੇਵਾਰੀ ਹੈ ਜੀ, ਸਾਡਾ ਥੋੜਾ ਕੁਛ ਹੈ ਜੀ, ਅਸੀਂ ਕੀ ਕਰ ਸਕਦੇ ਹਾਂ? ਮੁੱਖ ਮੰਤਰੀ ਕਾਹਦੇ ਬਣੇ? ਮਤਲਬ ਜੇ ਤੁਹਾਡੇ ਕੋਲ ਟੈਕਨੋਲੋਜੀ ਨਹੀਂ ਤਾਂ ਕੇਂਦਰ ਨੂੰ ਪੁੱਛੋ, ਤੇ ਜੇ ਕੇਂਦਰ ਕੋਲ ਨਹੀਂ ਫਿਰ ਦੋਏ ਹੱਥ ਖੜੇ ਕਰ ਦੋ। ਫਿਰ ਬਣਾਏ ਕਾਹਦੇ ਲਈ ਆ ਤੁਸੀਂ, ਜੇ ਤੁਸੀਂ ਜ਼ਿੰਮੇਵਾਰੀ ਵੀ ਨਹੀਂ ਲੈ ਸਕਦੇ? ਜੀ ਜੀ। ਤੇ ਹੁਣ ਤੁਸੀਂ ਇੱਥੋਂ ਦਾ ਲਾ ਲਓ ਕਿ ਜਿਨ੍ਹਾਂ ਤੋਂ ਈਮੇਲ ਨਹੀਂ ਫੜ ਹੁੰਦੀ, ਟਰੇਸ ਹੁੰਦੀ, ਉਹ AI ਵਾਲਿਆਂ ਨੂੰ ਕੀ ਟਰੇਸ ਕਰਨਗੇ? ਸਹੀ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਬਾਰੇ ਇੱਕ ਵੀਡੀਓ ਕਾਫੀ ਘਟੀਆ ਪੱਧਰ ਦੀ ਵਾਇਰਲ ਹੋਈ, ਜਦੋਂ ਦਿਖਾਇਆ ਜੀ ਕਿ ਬੀੜੀ ਪੀਣੇ ਜੇ ਨੰਗੇ ਸਿਰ ਮੁੰਡੇ ਜੀ ਉਹ ਪਰਿਕਰਮਾ 'ਚ ਘੁੰਮਦੇ ਨੇ ਜੀ, ਥਾਰ ਆ ਕੇ ਰੁਕੀ ਜੀ, ਥਾਰ 'ਚ ਬੈਠ ਕੇ ਜੀ ਭੱਜ ਗਏ ਜੀ, ਉਹ ਬੜੀ ਖਾਸਾ। ਫਿਰ ਜੀ ਲਓ ਜੀ ਇਹ ਹੜਜੇ ਵਾਲਾ ਪਾਣੀ ਆਇਆ ਜੀ, ਉਹਨੇ ਜੀ ਸਾਰਾ ਕੁਛ ਮਤਲਬ ਦਰਬਾਰ ਸਾਹਿਬ ਦੀ ਉਸ ਅਕੀਦਤ ਵਾਲੇ ਸਥਾਨ ਨੂੰ, ਬਾਕੀ ਸਾਰੇ ਗਲਿਆਰੇ ਨੂੰ ਲਓ ਜੀ ਸਰੋਵਰ ਚੜਾ ਕੇ ਨਾਲੇ ਲੈ ਕੇ, ਮਤਲਬ ਇਹੋ ਜਿਹੀਆਂ ਵੀਡੀਓ ਦੇਖੀਆਂ ਆਪਾਂ। ਇਹ ਕਿਹੜੀ ਮਾਨਸਿਕਤਾ ਦੀਆਂ ਵੀਡੀਓ? ਸਹੀ ਹੈ ਬਿਲਕੁਲ। ਇਹ ਕੀ ਸੋਚ ਕੇ ਬਣਾਈਆਂ ਜਾ ਰਹੀਆਂ, ਜਾਂ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਹ ਜਿਹੇ ਪ੍ਰਭਾਵ ਪੈਦਾ ਕਰ ਰਹੀਆਂ? ਜਿਹੜੀ ਇਸ ਵਾਰ ਦੀ ਵੀਡੀਓ ਸੀ ਉਹ ਬਿਲਕੁਲ ਹੀ ਮਤਲਬ ਕਿ ਜਿਹੜੇ ਕਹਿ ਸਕਦੇ ਹੋ ਕਿ ਮਾਨਸਿਕਤਾ ਤੌਰ ਦੇ ਉੱਤੇ ਖਾਲੀਪਣ ਦੀ ਵੀਡੀਓ ਸੀ। ਤੇ ਜਿਹੜਾ ਉਹ ਲੈਬੋਰਟਰੀਆਂ 'ਚ, ਸਾਇੰਸ ਦੀਆਂ ਲੈਬੋਰਟਰੀਆਂ ਦੇ ਵਿੱਚ ਪਿੰਜਰ ਲਮਕਦੇ ਹੁੰਦੇ ਆ ਜਿਹੜੇ, ਜਿਨ੍ਹਾਂ ਤੋਂ ਬੱਚੇ ਸਿੱਖਦੇ ਆ ਮਤਲਬ ਬੋਡੀ ਨੂੰ ਜਾਂ ਬੋਡੀ ਦੀ ਪ੍ਰਕਿਰਿਆ ਨੂੰ, ਬਿਮਾਰੀਆਂ ਨੂੰ, ਉਸ ਪਿੰਜਰ ਤੇ ਪੱਗ ਵੀ ਬਣਾਈ, ਉਸ ਪਿੰਜਰ ਤੇ ਬੂਟ ਵੀ ਪਵਾਏ ਜੀ। ਉਹਨੂੰ ਕਦੇ ਅੰਮ੍ਰਿਤਸਰ ਦੀਆਂ ਮਠਿਆਈ ਦੀਆਂ ਦੁਕਾਨਾਂ ਤੇ ਦੁੱਧ ਜਲੇਬੀਆਂ 'ਚ, ਲੱਡੂਆਂ 'ਚ ਫਿਰਦੇ ਦਿਖਾਇਆ ਜਾ ਰਿਹਾ, ਕਦੇ ਉਹ ਫੁਲਕਾਰੀਆਂ ਖਰੀਦ ਰਿਹਾ ਤੇ ਕਦੇ ਉਹ ਦਰਬਾਰ ਸਾਹਿਬ ਦੇ ਗਲਿਆਰੇ 'ਚ ਵੜ ਗਿਆ, ਪ੍ਰਕਰਮਾਂ 'ਚ ਜੁੱਤੇ ਪਾ ਕੇ ਤੁਰਿਆ ਫਿਰ ਰਿਹਾ ਉਹ ਪਿੰਜਰ ਜਾ, ਕਦੇ ਉਹ ਸਰੋਵਰ ਕਿਨਾਰੇ ਬੈਠ ਗਿਆ, ਕਦੇ ਉਹ ਲੰਗਰ ਹਾਲ ਦੇ ਵਿੱਚ ਜੁੱਤੇ ਪਾ ਕੇ ਲੰਗਰ ਛਕ ਰਿਹਾ। ਇਹ ਕੀ ਕਹਿਣਾ ਚਾਹੁੰਦੇ ਜੀ? ਸਹੀ ਗੱਲ ਬਿਲਕੁਲ। ਤੇ ਫਿਰ ਜੇ ਸਰਕਾਰਾਂ ਕੋਲੋਂ ਇਹੋ ਜਿਹੀਆਂ ਚੀਜ਼ਾਂ ਕੰਟਰੋਲ ਕਰਨ ਲਈ ਵੀ ਕੁਛ ਨਹੀਂ, ਫਿਰ ਪੈਗਾਸਸ ਸਿਰਫ ਪੱਤਰਕਾਰਾਂ ਦੇ, ਜੱਜਾਂ ਦੇ, ਦੂਜੀਆਂ ਦਲਾਂ ਦੀਆਂ ਵੀਡੀਓ ਰਿਕਾਰਡਿੰਗ, ਆਡੀਓ ਰਿਕਾਰਡਿੰਗ, ਉਹਨਾਂ ਦੇ SMS, ਉਹਨਾਂ ਦੇ ਫੋਨ ਪੜ੍ਹਨ ਲਈ ਹੋਆ ਤੁਹਾਡੇ ਕੋਲ। ਹੁਣ ਤੁਸੀਂ ਕਹਿੰਦੇ ਹੋ ਜੀ ਸਾਡੇ ਕੋਲ ਟੈਕਨੋਲੋਜੀ ਐਸੀ ਆ ਗਈ, ਕੋਈ ਪੰਛੀ ਵੀ ਪਰ ਨਹੀਂ ਮਾਰ ਸਕਦਾ, ਅਸੀਂ ਡਰੋਨ ਫੜ ਲੈਂਦੇ, ਅਸੀਂ ਆਹ ਫੜ ਲੈਂਦੇ ਆ, ਤੇ ਆਹ ਕਿਉਂ ਨਹੀਂ ਫੜ ਹੁੰਦੇ ਫਿਰ? ਸਹੀ। ਕੀ ਇਹਦਾ ਮਤਲਬ ਤੁਸੀਂ ਇਹ ਲਾਂਘਾ ਦੇ ਰਹੇ ਹੋ ਇਹਨਾਂ ਚੀਜ਼ਾਂ ਨੂੰ, ਕਿ ਲੰਘਦਾ ਰਹੇ ਤੇ ਲੋਕਾਂ ਦਾ ਧਿਆਨ ਸਾਡੀਆਂ ਨਾਕਾਮੀਆਂ ਤੋਂ ਹਟ ਕੇ ਇਹਨਾਂ ਕੰਮਾਂ ਤੇ ਲੱਗਿਆ ਰਹੇ? ਕੌਣ ਜ਼ਿੰਮੇਵਾਰ ਹੈ? ਜੀ ਜੀ। ਤੇ ਬਹੁਤ ਘਟੀਆ ਪੱਧਰ ਦੀ ਹਰਕਤਾਂ ਨੇ। ਸੋ ਇਹ ਕੋਈ ਵੀ ਜਦੋਂ ਤਰੱਕੀ ਆਉਂਦੀ ਆ ਨਾ, ਤਾਂ ਉਹ ਤਰੱਕੀ ਘੱਟ ਹੁੰਦੀ ਹੈ, ਵਿਨਾਸ਼ ਦਾ ਕਾਰਨ ਵੱਧ ਹੁੰਦੀ ਹੈ। ਇਹ ਚੀਜ਼ਾਂ ਰੁਜ਼ਗਾਰ ਵੀ ਖਾਣ ਦਾ ਖਤਰਾ ਖੜਾ ਹੈ ਤੇ ਭਾਈਚਾਰਕ ਸਾਂਝ ਤੋੜਨ ਦਾ ਖਤਰਾ ਵੀ ਖੜਾ ਹੈ। ਇਹਨੂੰ ਕੰਟਰੋਲ ਕਰਨ ਦੀ ਲੋੜ ਹੈ। ਹਾਂਜੀ ਬਿਲਕੁਲ। ਜਦੋਂ ਇਸ ਤਰ੍ਹਾਂ ਦੀਆਂ ਐਡਵਾਂਸ ਚੀਜ਼ਾਂ ਸ਼ਰਾਰਤੀ ਅਨਸਰਾਂ ਦੇ ਹੱਥੇ ਚੜ੍ਹਦੀਆਂ ਨੇ, ਫਿਰ ਉਹਦੇ ਸਿੱਟੇ ਤਾਂ ਆਪਾਂ ਦੇਖ ਹੀ ਰਹੇ ਹਾਂ, ਉਹਨਾਂ ਸਿੱਟਿਆਂ ਦੇ ਉੱਤੇ ਹੀ ਚਰਚਾ ਕਰ ਰਹੇ ਹਾਂ ਨਾ ਆਪਾਂ। ਤੇ ਅਗਲੀ ਗੱਲ ਕਰੀਏ ਪੰਜਾਬ ਦੀ ਸਿਆਸਤ ਦੇ ਬਾਰੇ। ਪੰਜਾਬ ਦਾ ਸਿਆਸੀ ਜਿਹੜਾ ਪੈੜਾ ਭਖਿਆ ਹੀ ਰਹਿੰਦਾ ਹਮੇਸ਼ਾ ਹੀ, ਚੋਣਾਂ ਹੋਣ ਨਾ ਹੋਣ, ਇਹ ਆਪਾਂ ਨੂੰ ਪਤਾ ਹੀ ਹੈ ਵੀ ਪੰਜਾਬੀਆਂ ਦੀ ਸਿਆਸਤ ਦੇ ਵਿੱਚ ਰੁਚੀ ਬਹੁਤ ਜ਼ਿਆਦਾ, ਇੱਥੇ ਸਿਆਸਤ ਸਰਗਰਮ ਰਹਿੰਦੀ ਹੈ। ਹੁਣ ਜੇ ਜਨਗਣਨਾ ਦਾ ਸਵਾਲ ਉੱਠਿਆ, ਜੇ ਜਨਗਣਨਾ ਫਰਵਰੀ ਦੇ ਵਿੱਚ ਹੁੰਦੀ ਹੈ ਸ਼ਰਮਾ ਜੀ, ਤਾਂ ਫਿਰ ਚੋਣਾਂ ਕਦੋਂ ਹੋਣਗੀਆਂ? ਪ੍ਰਵੀਨ ਜੀ, ਇਹ ਖਬਰ ਆਪਾਂ ਲਗਭਗ ਮੈਨੂੰ ਲੱਗਦਾ ਮਹੀਨਾ 2 ਮਹੀਨੇ ਪਹਿਲਾਂ ਇੱਕ ਵਾਰ ਪਰ ਚਰਚਾ ਕੀਤੀ ਸੀ ਕਿ ਪੰਜਾਬ 'ਚ ਚੋਣਾਂ ਸ਼ਾਇਦ 2026 ਦੇ ਦਸੰਬਰ 'ਚ ਹੀ ਹੋ ਸਕਦੀ। ਬਿਲਕੁਲ ਕੀਤੀ ਸੀ, ਹਾਂਜੀ ਮੈਨੂੰ ਯਾਦ। ਉਸ ਸਮੇਂ ਨਾ ਰਾਜਨੀਤਿਕ ਪੱਧਰ ਤੇ ਨਾ ਪ੍ਰਸ਼ਾਸਨਿਕ ਪੱਧਰ ਤੇ ਕਿਤੇ ਇਹਦਾ ਗੱਲਬਾਤ ਦਾ ਜ਼ਿਕਰ ਨਹੀਂ ਸੀ। ਮੈਂ ਉਸ ਸਮੇਂ ਨੋਟ ਕਰ ਰਿਹਾ ਸੀਗਾ ਕਿ ਜਨਗਣਨਾ ਦਾ ਜਿਹੜਾ ਪੀਰੀਅਡ ਪੰਜਾਬ ਦੇ ਹਵਾਲੇ ਨਾਲ ਆ ਰਿਹਾ, ਉਹ ਜਨਵਰੀ ਫਰਵਰੀ ਦਾ ਆ ਰਿਹਾ, ਜਿਹੜੇ ਗੇੜ ਦੇ ਵਿੱਚ ਉਹ ਸਾਰੀ ਪ੍ਰਕਿਰਿਆ ਮੁਕੰਮਲ ਹੋਣੀ ਹੈ। ਜੀ ਜੀ। ਉਸ ਆਧਾਰ ਤੇ ਮੈਂ ਮਹਿਸੂਸ ਕਰ ਰਿਹਾ ਸੀਗਾ ਕਿ ਇਹ ਚੋਣਾਂ ਅਗਾਂਹ ਪਿੱਛੇ ਕਰਨੀਆਂ ਪੈਣਗੀਆਂ। ਤੇ ਉਸ ਖਬਰ ਨੂੰ ਜਦੋਂ ਆਪਾਂ ਨਸਰ ਕੀਤਾ ਤਾਂ ਕੁਝ ਰਾਜਨੀਤਿਕ ਲੀਡਰਾਂ ਨੇ ਵੀ ਮੇਰੇ ਨਾਲ ਤਾਲਮੇਲ ਕਰਕੇ ਕਿਹਾ ਕਿ ਸ਼ਰਮਾ ਜੀ ਤੁਸੀਂ ਤਾਂ ਐਡਵਾਂਸ ਹੋ, ਕਹੀ ਜਾਂਦੇ ਜੀ ਤਾਂ ਕੋਈ ਗੱਲ ਹੀ ਨਹੀਂ।
ਹੁਣ ਜਦੋਂ ਅੱਜ ਆਪਾਂ ਇਹ ਗੱਲ ਕਰ ਰਹੇ ਹਾਂ ਤਾਂ ਅੱਜ ਰਾਜਨੀਤਿਕ ਪਾਰਟੀਆਂ ਇਹਦੇ ਉੱਤੇ ਮੀਟਿੰਗਾਂ ਕਰ ਰਹੀਆਂ ਨੇ। ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਪ੍ਰਸ਼ਾਸਨਿਕ ਤੌਰ ਦੇ ਉੱਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਸ਼ਾਇਦ ਚੋਣਾਂ ਸਮੇਂ ਤੋਂ ਪਹਿਲਾਂ ਆ ਜਾਣ। ਚਲੋ ਆਪਾਂ ਕਹੀਏ ਇਹ ਅੰਦਾਜ਼ੇ ਨੇ, ਪਰ ਜਿਹੜੀਆਂ ਅਚਾਨਕ ਪੰਜਾਬ ਦੇ ਵਿੱਚ ਰਾਜਨੀਤਿਕ ਗਤੀਵਿਧੀਆਂ ਨੇ ਉਹ ਤਾਂ ਇੰਝ ਦੱਸ ਰਹੀਆਂ ਨੇ ਕਿ ਜਿਵੇਂ ਚੋਣਾਂ ਮਹੀਨੇ ਨੂੰ ਹੁਣ। ਜੀ ਸਹੀ ਹੈ। ਰਾਹੁਲ ਗਾਂਧੀ ਰੈਲੀ ਕਰਨ ਆ ਰਿਹਾ, ਅਮਿਤ ਸ਼ਾਹ ਰੈਲੀ ਕਰਨ ਆ ਰਿਹਾ, ਮੁੱਖ ਮੰਤਰੀ ਭਗਵੰਤ ਮਾਨ ਸਰਕਾਰੀ ਖਰਚੇ ਤੇ ਧੂਰੀ 'ਚ ਆਪਣੇ ਵਿਧਾਨ ਸਭਾ ਹਲਕੇ 'ਚ ਰੈਲੀ ਕਰ ਰਿਹਾ ਹੈ। ਸੁਖਬੀਰ ਸਿੰਘ ਬਾਦਲ ਲਗਾਤਾਰ ਹਲਕਾ ਦਰ ਹਲਕਾ ਰੈਲੀ ਕਰ ਕੇ ਇੱਕ ਵਾਰ ਮੈਂ ਪੂਰਾ ਪੰਜਾਬ ਕੱਢ ਲਾਂ ਕਿਉਂਕਿ ਮੈਂ ਇਕੱਲਾ ਹੀ ਹਾਂ, ਹੋਰ ਤਾਂ ਲੀਡਰ ਨਹੀਂ ਮੇਰੇ ਕੋਲ ਕੋਈ। ਸੋ ਲਗਭਗ ਪੰਜਾਬ ਦੇ ਵਿੱਚ ਚੋਣ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਿਆ ਜੀ। ਲਗਭਗ ਪੂਰੀ ਤਰ੍ਹਾਂ ਚੋਣ ਮੋੜ 'ਚ ਚਲੀ ਗਈਆਂ ਸਾਡੀ ਰਾਜਨੀਤਿਕ ਪਾਰਟੀ। ਉਮੀਦਵਾਰ ਐਲਾਨੇ ਜਾ ਰਹੇ ਸਿਰਫ ਇਸ ਨੂੰ ਧਿਆਨ 'ਚ ਰੱਖ ਕੇ ਕਿ ਜੀ 2027 ਦੀਆਂ ਚੋਣਾਂ ਫਰਵਰੀ 'ਚ ਹੋਣਗੀਆਂ, ਜਾਂ ਇਸ ਖਦਸ਼ਾ ਉਹਨਾਂ ਨੂੰ ਵੀ ਹੋ ਗਿਆ ਕਿ ਚੋਣਾਂ ਨਵੰਬਰ ਦਸੰਬਰ 'ਚ ਵੀ ਹੋ ਸਕਦੀਆਂ ਜੀ। ਪ੍ਰਵੀਨ ਜੀ, ਪ੍ਰਸ਼ਾਸਨਿਕ ਤੌਰ ਦੇ ਉੱਤੇ ਜਾਣਕਾਰੀ ਮਿਲ ਰਹੀ ਆ ਕਿ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਆਪਣਾ ਡਾਟਾਬੇਸ ਸਾਰਾ ਤਿਆਰ ਰੱਖੋ। ਠੀਕ ਹੈ। ਤੁਸੀਂ ਆਪਣੀ ਪ੍ਰਕਿਰਿਆ ਤਹਿਤ ਸ਼ਡਿਊਲ ਤਿਆਰ ਰੱਖੋ। ਚੋਣਾਂ ਦੀਆਂ ਤਰੀਕਾਂ ਕਦੇ ਵੀ ਅਗਾਊਂ ਵੀ ਆ ਸਕਦੀਆਂ ਜਾਂ ਅਗਾਂਹ ਵੀ ਜਾ ਸਕਦੀਆਂ। ਹੁਣ 2-3 ਪੈ ਜਨਗਣਨਾ ਦਾ ਪੀਰੀਅਡ ਜੇ ਜਨਵਰੀ ਫਰਵਰੀ ਹੈ ਸਾਡਾ ਇਸ ਖੇਤਰ ਦਾ, ਜਿਹਦੇ ਵਿੱਚ ਕੰਪਲੀਟ ਘਰਾਂ 'ਚ ਆ ਕੇ ਇਕੱਲੇ ਦੀ ਜਾਣਕਾਰੀ ਲੈਣੀ ਹੈ, ਤਾਂ ਜਾਂ ਤਾਂ ਉਸ ਨੂੰ ਅਗਾਂਹ ਪਿੱਛੇ ਕਰਨਾ ਪਊਗਾ ਜਾਂ ਚੋਣਾਂ ਨੂੰ ਅਗਾਂਹ ਪਿੱਛੇ ਕਰਨਾ ਪਊਗਾ। ਸਹੀ ਹੈ। ਜੇ ਜਨਵਰੀ ਫਰਵਰੀ 'ਚ ਜਨਗਣਨਾ ਤਾਂ ਮਾਰਚ 'ਚ ਪੇਪਰ ਨੇ ਜਵਾਕਾਂ ਦੇ, ਫਰਵਰੀ ਦੇ ਆਖਰੀ ਹਫ਼ਤੇ 'ਚ ਲਗਭਗ ਅੱਜਕੱਲ ਹੋ ਜਾਂਦੇ ਨੇ ਕਈ, ਤੇ ਬਾਕੀ ਮਾਰਚ 'ਚ ਆ ਜਾਂਦੇ ਨੇ। ਸੋ ਹੁਣ ਪੇਪਰ ਤਾਂ ਨਹੀਂ ਅੱਗੇ ਪਿੱਛੇ ਹੋਣ ਲੱਗੇ, ਤੇ ਜੇ ਪੇਪਰ ਅੱਗੇ ਪਿੱਛੇ ਨਹੀਂ ਤਾਂ ਫਿਰ ਜਨਗਣਨਾ ਜਾਂ ਚੋਣਾਂ 'ਚੋਂ ਇੱਕ ਚੀਜ਼ ਅੱਗੇ ਪਿੱਛੇ ਹੋਊਗੀ। ਜੇ ਤਾਂ ਜਨਗਣਨਾ ਪੂਰੇ ਮੁਲਕ ਦੀ ਪ੍ਰਕਿਰਿਆ ਤਹਿਤ ਇੱਕੋ ਰੂਟੀਨ 'ਚ ਚੱਲਣੀ ਆ, ਫਿਰ ਜਨਗਣਨਾ ਜਨਵਰੀ ਫਰਵਰੀ 'ਚ ਹੋਏਗੀ। ਫਿਰ ਚੋਣਾਂ ਅੱਗੇ ਪਿੱਛੇ ਕਰਾਉਣੀਆਂ ਪੈਣਗੀਆਂ। ਦੋ ਹੀ ਚੀਜ਼ਾਂ ਨੇ ਕਿ ਜਾਂ ਤਾਂ ਉਹਨੂੰ ਤੁਸੀਂ ਮਈ ਜੂਨ 'ਚ ਲੈ ਜਾਓ, ਅਪ੍ਰੈਲ ਦੇ ਅਖੀਰ 'ਚ ਲੈ ਜਾਓ, ਮਈ 'ਚ ਲੈ ਜਾਓ, ਜਾਂ ਫਿਰ ਤੁਸੀਂ ਉਸ ਨੂੰ ਨਵੰਬਰ ਦਸੰਬਰ 'ਚ ਲਿਆਓ ਕਿ ਅਕਤੂਬਰ 'ਚ ਜਦੋਂ ਤਿਉਹਾਰ ਮੁੱਕ ਜਾਣ। ਕਿਉਂਕਿ ਨਵੰਬਰ ਦਸੰਬਰ ਲਗਭਗ ਪੰਜਾਬ ਦੇ ਹਵਾਲੇ ਨਾਲ ਉਹ ਮਹੀਨੇ ਨੇ ਜਿਨ੍ਹਾਂ 'ਚ ਪੇਂਡੂ ਲੋਕ, ਕਿਸਾਨੀ ਲੋਕ, ਖੇਤੀ ਨਾਲ ਜੁੜੇ ਲੋਕ ਲਗਭਗ ਵਿਹਲੇ ਹੁੰਦੇ ਆ, ਤੇ ਉਸ ਨੂੰ ਧਿਆਨ 'ਚ ਰੱਖਿਆ। ਹਾਂ, ਨਵੰਬਰ ਦੇ ਵਿੱਚ ਸਭਾ ਆਉਂਦੀ ਹੈ ਸ਼ਹੀਦੀ ਜੋੜ ਮੇਲ, ਜਿਹੜੇ ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਉਹਦੀਆਂ ਤਰੀਕਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੋ ਸਕਦਾ, ਨਹੀਂ ਤਾਂ ਫਿਰ ਸਵਾਲ ਵੀ ਉੱਠਦੇ ਆ ਸਰਕਾਰਾਂ ਦੇ ਉੱਤੇ ਸਮੇਂ-ਸਮੇਂ। ਸੋ ਪਰ ਇਹ ਤਿੰਨੋਂ ਚੀਜ਼ਾਂ, ਜਨਗਣਨਾ, ਪੇਪਰ ਤੇ ਚੋਣਾਂ, ਕਰਾਉਣੀਆਂ ਕਿਹਨੇ? ਮਾਸਟਰਾਂ ਨੇ। ਫਿਰ ਇਕੱਠੀਆਂ ਤਾਂ ਜਮੀ ਨਹੀਂ ਹੋ ਸਕਦੀਆਂ, ਫਿਰ ਮਾਸਟਰਾਂ ਨੂੰ ਵੀ ਸਾਹ ਤਾਂ ਦੇਣਾ ਪਊਗਾ। ਜੀ। ਵਿੱਚ ਵਕਫਾ ਤਾਂ ਚਾਹੀਦਾ। ਤਿਆਰੀ ਤਾਂ 1.5-2 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਚੋਣਾਂ ਦੀ ਪ੍ਰਕਿਰਿਆ ਲਈ, ਸਾਰੀ ਰਹਿਸਲ ਜੇ ਉਹ ਸਾਰਾ ਕੁਝ। ਸੋ ਇਸ ਲਈ ਇਹ ਤੈਅ ਆ ਕਿ ਲਗਭਗ ਇਹ ਚੋਣਾਂ ਅੱਗੇ ਪਿੱਛੇ ਹੋਣਗੀਆਂ, ਔਰ ਉਸੇ ਨੂੰ ਧਿਆਨ 'ਚ ਰੱਖ ਕੇ ਰਾਜਨੀਤਿਕ ਜਮਾਤ ਨੇ ਤੇਜ਼ੀ ਫੜੀ ਆ। ਤੇ ਹੁਣ ਦੇਖਦੇ ਹਾਂ ਜੀ, ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਚੋਣਾਂ ਸ਼ਾਇਦ ਇਸੇ ਸਾਲ ਦੇ ਅਖੀਰ ਦੇ ਵਿੱਚ ਹੁਣ ਨੂੰ ਦੇਖਣ ਨੂੰ ਮਿਲ ਜਾਣ। ਜੀ। ਤੇ ਅਗਲੀ ਗੱਲ ਜਾਂਦੇ ਕਰੀਏ ਮਾਂ ਬੋਲੀ ਦੇ ਬਾਰੇ। ਪੰਜਾਬੀ ਮਾਂ ਬੋਲੀ ਹੁਣ ਚੀਨ ਦੇ ਵਿੱਚ ਪੜ੍ਹਾਈ ਜਾਵੇਗੀ ਜੀ। ਪ੍ਰਵੀਨ ਜੀ, ਇਹ ਖਬਰ ਜਦੋਂ ਮੇਰੇ ਨਜ਼ਰ ਪਈ, ਬੀਜਿੰਗ ਦੀ ਇੱਕ ਯੂਨੀਵਰਸਿਟੀ ਹੈ ਜਿਹੜੀ ਇਹ ਮਤਲਬ ਕਿ ਵੱਖ-ਵੱਖ ਭਾਸ਼ਾਵਾਂ ਦੇ ਤੌਰ ਦੇ ਉੱਤੇ ਪੰਜਾਬੀ ਨੂੰ ਪੜ੍ਹਾਉਣ ਦਾ ਤਹੀਆ ਕਰ ਰਹੀ ਆ, ਉਸ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਉਹਨਾਂ ਦੀ ਇਹ ਪਹਿਲ ਕਦਮੀ ਦਾ ਕਾਰਨ ਕੀ ਹੋ ਸਕਦਾ। ਵੈਸੇ ਤਾਂ ਸਾਡੇ ਲਈ ਤਾਂ ਇੱਕ ਖੁਸ਼ੀ ਵਾਲੀ, ਮਾਣ ਵਾਲੀ ਗੱਲ ਹੈ ਕਿ ਲਓ ਜੀ, ਮਾਂ ਬੋਲੀ ਪੰਜਾਬੀ ਹੁਣ ਚੀਨ ਦੀ ਬੀਜਿੰਗ ਦੀ ਜਿਹੜੀ ਵਿਦੇਸ਼ੀ ਅਧਿਐਨ ਯੂਨੀਵਰਸਿਟੀ ਆ ਉਹਦੇ ਵਿੱਚ ਪੜ੍ਹਾਈ ਜਾਊਗੀ। ਤੇ ਉਹਦੇ ਲਈ ਉਹਨਾਂ ਨੇ ਬਕਾਇਦਾ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਜਿਹੜੀ, ਉਹਦੇ ਮਤਲਬ ਕਿ ਉੱਥੋਂ ਦੇ ਡੀਨ ਵੀ ਰਹੇ ਨੇ, ਹੈ ਨਾ, ਤੇ ਪ੍ਰੋਫੈਸਰ ਵੀ ਰਹੇ ਨੇ, ਜੈਮਰੀ ਪਾਲ ਕੌਰ ਸੰਧੂ ਬਾਜਵਾ ਜੀ, ਉਹਨਾਂ ਨੂੰ ਨਿਯੁਕਤ ਕੀਤਾ। ਤੇ ਉਹ ਦੱਸ ਰਹੇ ਸੀਗੇ ਕਿ ਵੀ ਮੈਂ ਉੱਥੇ ਕੱਲੀ ਭਾਸ਼ਾ ਹੀ ਨਹੀਂ ਪੜ੍ਹਾਉਣੀ, ਕੱਲੀ 35 ਅੱਖਰੀ ਨਹੀਂ ਪੜ੍ਹਾਉਣੀ, ਉਹਨਾਂ ਨੂੰ ਵਰਨਮਾਲਾ ਜਾਂ ਮਤਲਬ ਕਿ ਸ਼ਬਦ ਜੋੜ ਇਹੀ ਨਹੀਂ ਕਰਾਉਣਾ, ਮੈਂ ਉਹਨਾਂ ਨੂੰ ਪੰਜਾਬੀ ਵਿਰਸਾ, ਪੰਜਾਬੀ ਸੱਭਿਆਚਾਰ, ਪੰਜਾਬੀ ਸਾਹਿਤ, ਪੰਜਾਬੀ ਰਹਿਣ ਸਹਿਣ, ਧਰਾਤਲ, ਉਹ ਸਾਰਾ ਕੁਛ ਉਹਨਾਂ ਨੂੰ ਪੜ੍ਹਾਉਣਾ। ਸੋ ਇਸ ਪ੍ਰਕਿਰਿਆ ਤਹਿਤ ਜਦੋਂ ਅਸੀਂ ਦੇਖਦੇ ਹਾਂ ਤਾਂ ਮੈਂ ਦੇਖਦਾ ਕਿ ਇਹ ਪੰਜਾਬੀ ਦਾ ਇੱਕ ਰੁਤਬਾ ਉੱਚਾ ਹੁੰਦਾ ਕਿ ਲਓ ਜੀ, ਪੰਜਾਬੀ ਉੱਥੇ ਤੱਕ ਦੀਆਂ ਯੂਨੀਵਰਸਿਟੀਆਂ ਦੀ ਲੋੜ ਬਣ ਰਹੀ ਹੈ। 102 ਦੇ ਕਰੀਬ ਭਾਸ਼ਾਵਾਂ ਨੂੰ ਪੜ੍ਹਾਉਣ ਦਾ ਤਹੀਆ ਕੀਤਾ ਬੀਜਿੰਗ ਦੀ ਇਸ ਯੂਨੀਵਰਸਿਟੀ, ਜਿਸ 'ਚ ਭਾਰਤ ਦੀਆਂ ਕਈ ਭਾਸ਼ਾਵਾਂ ਨੇ, ਜਿਨ੍ਹਾਂ 'ਚ ਹਿੰਦੀ ਵੀ ਹੈ, ਉਰਦੂ ਵੀ ਹੈ ਤੇ ਪੰਜਾਬੀ ਵੀ ਹੈ, ਤੇ ਹੋਰਨਾਂ ਮੁਲਕਾਂ ਦੀਆਂ ਵੀ ਸਥਾਨਕ ਬੋਲੀਆਂ, ਖੇਤਰੀ ਭਾਸ਼ਾਵਾਂ ਜਿਹਨੂੰ ਆਪਾਂ ਕਹਿੰਦੇ ਆ, ਉਹ ਭਾਸ਼ਾਵਾਂ 'ਚ ਸ਼ਾਮਲ ਨੇ।
ਪਰ ਮੈਂ ਇਸ ਨੂੰ ਇੱਕ ਹੋਰ ਨਜ਼ਰੀਏ ਤੋਂ ਦੇਖਦਾ ਹਾਂ ਪ੍ਰਵੀਨ ਜੀ। ਜੀ। ਮੇਰਾ ਨਜ਼ਰੀਆ ਇਹ ਕਹਿੰਦਾ ਕਿ ਪੰਜਾਬ ਦੇ ਵਿੱਚ ਸਾਨੂੰ ਹੁਣ ਪੰਜਾਬੀ ਬੋਲਣ ਤੋਂ ਕਈਆਂ ਨੂੰ ਸ਼ਰਮ ਆਉਣ ਲੱਗ ਪਈ। ਆਉਂਦੀ ਹੈ ਬਿਲਕੁਲ। ਪੰਜਾਬ 'ਚ ਸਾਨੂੰ ਆਪਣੇ ਕਾਰਡ, ਦੁਕਾਨਾਂ, ਹੱਟੀਆਂ, ਸੁਨੇਹੇ, ਸੱਦੇ, ਚਿੱਠੀ ਪੱਤਰ ਸਾਰਾ ਕੁਝ ਪੰਜਾਬੀ 'ਚ ਲਿਖਣ 'ਚ ਸਾਨੂੰ ਸ਼ਰਮ ਆਉਣ ਲੱਗ ਪਈ। ਪੰਜਾਬ ਦੀ ਰਾਜਧਾਨੀ 'ਚ ਪੰਜਾਬੀ ਨੂੰ ਉਹ ਸਥਾਨ ਨਹੀਂ। ਕੈਨੇਡਾ, ਅਮਰੀਕਾ ਦੇ ਵਿੱਚ ਅਸੀਂ ਮਾਣ ਨਾਲ ਦੱਸਦੇ ਹਾਂ ਕਿ ਪੰਜਾਬੀ ਨੂੰ ਆ ਰੁਤਬਾ ਮਿਲਿਆ। ਉਹ ਲੋੜ ਕਾਢ ਦੀ ਮਾਂ ਹੈ। ਉੱਥੇ ਜ਼ਰੂਰਤ 'ਚੋਂ ਇਹ ਹਾਸਲ ਹੋਇਆ। ਸਾਡੀ ਜਨਸੰਖਿਆ ਦੇ ਹਿਸਾਬ ਨਾਲ ਉਹਨਾਂ ਮੁਲਕਾਂ ਨੂੰ ਸਮਝ ਆਈ, ਉਹਨਾਂ ਨੇ ਪੰਜਾਬੀ ਨੂੰ ਸਥਾਨ ਦਿੱਤਾ। ਤੇ ਇਸੇ ਤਰ੍ਹਾਂ ਚੀਨ ਨੂੰ ਕੀ ਹੇਜ ਹੈ ਇਕੱਲਾ ਪੰਜਾਬੀ ਨਾਲ? ਨਹੀਂ। ਚੀਨ ਜਿੰਨਾ ਵਪਾਰਕ ਸੋਚ ਦਾ ਮਾਲਕ ਹੈ, ਉਹ ਚੋਂ ਉਹਨੂੰ ਸਮਝ ਆ ਰਿਹਾ ਕਿ ਪੰਜਾਬੀਆਂ ਦੇ ਜੇ ਘਰਾਂ ਤੱਕ ਵੜਨਾ ਹੈ, ਵਪਾਰਕ ਤੌਰ ਦੇ ਉੱਤੇ, ਆਰਥਿਕ ਤੌਰ ਦੇ ਉੱਤੇ ਜੇ ਇਹਨਾਂ ਮੁਲਕਾਂ ਦੇ ਬਾਜ਼ਾਰਾਂ 'ਚ ਦਾਖਲ ਹੋਣਾ ਹੈ, ਉਹ ਤਾਂ ਪਹਿਲਾਂ ਹੀ ਕਿੰਨਾ ਤੱਕ ਤੁਸੀਂ ਪੰਜਾਬ ਦੀਆਂ ਗਲੀਆਂ ਮੁਹੱਲਿਆਂ 'ਚੋਂ ਨਿਕਲ ਕੇ ਬਾਜ਼ਾਰਾਂ, ਹੱਟੀਆਂ ਤੇ ਆ ਜਿਓ, ਚਾਹੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਾਜ਼ਾਰ 'ਚ ਚਲੇ ਜਾਇਓ, ਚਾਹੇ ਤੁਸੀਂ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਦੇ ਗਲਿਆਰਿਆਂ 'ਚ ਚਲੇ ਜਾਇਓ, ਚਾਹੇ ਤੁਸੀਂ ਆ ਪੰਜਾਬ ਦੇ ਨਾਲ ਲੱਗਦੇ ਧਾਰਮਿਕ ਸਥਾਨ ਨੈਣਾ ਦੇਵੀ, ਵੈਸ਼ਨੋ ਦੇਵੀ ਚਲੇ ਜਾਇਓ, ਹੈ ਨਾ। ਜਿੱਥੇ ਵੀ ਜਾਓਗੇ ਤੁਹਾਨੂੰ ਉਹਨਾਂ ਧਾਰਮਿਕ ਬਾਜ਼ਾਰਾਂ ਦੇ ਵਿੱਚ ਅੱਜ ਕੱਲ੍ਹ ਜੋ ਸਮਾਨ ਮਿਲਦਾ ਹੈ ਧਰਮ ਦੇ ਨਾਂ ਦੇ ਉੱਤੇ ਵੀ, ਉਹ ਚੀਨ ਦਾ ਬਣਿਆ ਮਿਲਦਾ ਜੀ। ਸਹੀ ਹੈ। ਸੋ ਜਦੋਂ ਇੰਨਾ ਕੁਝ ਉਹ ਕੈਪਚਰ ਕਰਕੇ ਉਹ ਹੋਰ ਡੂੰਘਾ ਉਤਰਨਾ ਚਾਹੁੰਦੇ ਆ ਤੁਹਾਡੇ ਘਰਾਂ 'ਚ, ਉਹ ਤੁਹਾਡੀਆਂ ਅਲਮਾਰੀਆਂ 'ਚ ਵੀ ਆਉਣਾ ਚਾਹੁੰਦੇ ਆ, ਤੁਹਾਡੀਆਂ ਗੋਲਕਾਂ 'ਚ ਵੀ ਹੱਥ ਪਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਨੂੰ ਸਮਝਣ ਦੇ ਲਈ ਇਹਨਾਂ ਦੀ ਬੋਲੀ ਸਮਝੋ। ਸੋ ਇਸ ਲਈ ਉਹ ਵਪਾਰਕ ਤੌਰ ਤੇ, ਆਰਥਿਕ ਤੌਰ ਤੇ ਧਿਆਨ ਰੱਖ ਕੇ ਜੇ ਬੋਲੀ ਸਿੱਖ ਰਹੇ ਨੇ, ਤਾਂ ਫਿਰ ਇਹ ਸਾਡੀ ਰੁਜ਼ਗਾਰ ਦੀ ਬੋਲੀ ਕਿਉਂ ਨਹੀਂ ਬਣ ਪਾ ਰਹੀ? ਸਾਡੀਆਂ ਸਰਕਾਰਾਂ ਇਸ ਬੋਲੀ ਦਾ ਮਹੱਤਵ ਕਿਉਂ ਨਹੀਂ ਸਮਝ ਪਾ ਰਹੀਆਂ? ਅਸੀਂ ਆਪਣੀ ਬੋਲੀ ਦੀ ਤਾਕਤ ਕਿਉਂ ਨਹੀਂ ਪਛਾਣ ਪਾ ਰਹੇ? ਸੋ ਮਾਂ ਬੋਲੀ ਤੋਂ ਬਿਨਾਂ ਬੰਦਾ ਕਾਹਦਾ ਬੰਦਾ ਹੈ, ਇਹ ਸਮਝਣ ਦੀ ਲੋੜ ਹੈ। ਤੇ ਇਹ ਤਾਕਤ ਵੀ ਹੁੰਦੀ ਹੈ, ਇਹ ਤੁਹਾਡਾ ਹੌਸਲਾ ਵੀ ਹੁੰਦਾ, ਤੇ ਤੁਹਾਡੀ ਖੁਸ਼ੀ ਦਾ, ਮਾਣ ਦਾ ਪਲ ਵੀ ਹੁੰਦਾ। ਅਫਸੋਸ ਦੂਏ ਮੁਲਕਾਂ ਨੂੰ ਸਮਝ ਆ ਰਹੀ ਹੈ ਤੇ ਅਸੀਂ ਅਣਜਾਣ ਬਣੇ ਬੈਠੇ ਹਾਂ, ਜਾਂ ਸਾਡੀਆਂ ਭਾਸ਼ਾਵਾਂ ਦੇ ਖਿਲਾਫ ਇੱਕ ਸਿਆਸੀ ਸਾਜ਼ਿਸ਼ ਹੈ ਜਿਹਦੇ ਅਸੀਂ ਸ਼ਿਕਾਰ। ਜੀ ਬਿਲਕੁਲ। ਜਦੋਂ ਆਪਾਂ ਦਿਲ ਦਾ ਦਰਦ ਜਾਂ ਦਿਲੋਂ ਖੁਸ਼ੀ ਕਿਸੇ ਨਾਲ ਸਾਂਝੀ ਕਰਦੇ ਆ ਨਾ, ਉਹ ਜਿਹੜੀ ਆਪਾਂ ਆਪਣੀ ਮਾਂ ਬੋਲੀ ਦੇ ਵਿੱਚ ਸਾਂਝੀ ਕਰ ਸਕਦੇ ਆ ਆਪਣੀ ਭਾਵਨਾ ਦੇ ਨਾਲ, ਹੋਰ ਕਿਸੇ ਭਾਸ਼ਾ ਕਿੱਡਾ ਸਕਾਲਰ ਬੰਦਾ ਬਣ ਜੇ, ਹੋਰ ਭਾਸ਼ਾ 'ਚ ਕਰ ਨਹੀਂ ਸਕਦਾ ਉਸ ਤਰੀਕੇ ਦੇ ਨਾਲ। ਤੇ ਦੂਜੀ ਗੱਲ ਹੈ, ਜਿਹੜਾ ਤੁਸੀਂ ਬਾਜ਼ਾਰਾਂ ਦੀ ਗੱਲ ਕੀਤੀ ਸੀ, ਛੋਟੀ ਜਿਹੀ ਗੱਲ ਤੁਹਾਨੂੰ ਦੱਸਦਾ, ਜਿਹੜੀਆਂ ਚਾਈਨਾ ਮੇਟ ਲੜੀਆਂ ਨਹੀਂ ਆਉਂਦੀਆਂ, ਲੜੀਆਂ ਆਪਣੀਆਂ ਦੀਵਾਲੀ ਵੇਲੇ ਲਾਉਣੇ ਆਪਾਂ, ਉਹ ਸਾਡੇ ਲੋਕਾਂ ਦਾ ਰੁਜ਼ਗਾਰ ਖਾ ਗਈਆਂ ਨੇ। ਉਹਨਾਂ ਦੇ ਬਣੇ ਦੀਵੇ ਸਾਡੀਆਂ ਦੀਵਾਲੀਆਂ ਤੇ ਆ ਗਏ ਨੇ। ਤੇ ਜਿਹੜੇ ਸਾਡੇ ਆਮ ਇੱਥੋਂ ਪੰਜਾਬੀ ਭਾਈਚਾਰੇ ਦੇ ਵਿੱਚੋਂ ਲੋਕ ਬਣਾਉਂਦੇ ਸੀ ਮਿੱਟੀ ਦੇ ਭਾਂਡੇ, ਦੀਵੇ, ਕੁੱਜੀਆਂ, ਠੂਠੀਆਂ, ਉਹ ਸਾਰਾ ਕੁਝ ਉਹਨਾਂ ਨੂੰ ਧੱਕਾ ਲੱਗਿਆ ਬਹੁਤ ਜ਼ਿਆਦਾ। ਉਹਨਾਂ ਨੂੰ ਇਸ ਲੜੀਆਂ ਜਿਹੜੇ ਆਪਣੇ ਬਿਜਲੀ ਵਾਲੇ ਮੁੰਡੇ ਬਣਾਉਂਦੇ ਸੀ, ਉਹ ਲਾਲ, ਹਰੀਆਂ, ਪੀਲੀਆਂ, ਬੜੇ ਲਾਟੂ ਜੇ ਪਲਾਸਟਿਕ, ਉਹ ਸਾਰੀ ਕੁਝ ਖਾ ਗਏ। ਜੀ ਬਿਲਕੁਲ। ਬਾਜ਼ਾਰ ਦਾ ਤਾਂ ਉਹ ਚਾਹੁੰਦੇ ਆ ਕਿ ਹੋਰ ਡੂੰਘਾਈ ਦੇ ਨਾਲ ਉਤਰਿਆ ਜਾਵੇ ਇਹਨਾਂ ਦੇ ਬਾਜ਼ਾਰ ਦੇ ਵਿੱਚ, ਕਿਉਂਕਿ ਪੰਜਾਬੀ ਖਰਚੀਲੇ ਵੀ ਹੈ ਨਾ, ਇਹ ਵੀ ਸਾਨੂੰ ਯਾਦ ਰੱਖਣਾ ਪਊਗਾ। ਜੀ ਸ਼ਰਮਾ ਜੀ, ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA।